ਔਰਤ ਨੂੰ ਹਮੇਸ਼ਾ ਬੈਕ ਫੁੱਟ ਤੇ ਰੱਖਦੇ ਨੇ ਕਿਉਂਕਿ ਔਰਤਾਂ ਇਕੱਠੀਆਂ ਆ ਗਈਆਂ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ ਇਸ ਦੁਨੀਆ ਤੇ। ਜਿਹਦੇ ਕੋਲ ਜਿੰਨਾ ਹੈ ਉਹਨਾਂ ਆਫਰ ਕਰੇਗਾ, ਤੁਹਾਡੀ ਚੋਇਸ ਹੈ ਤੁਸੀਂ ਕੀ ਲੈਣਾ ਤੁਸੀਂ ਕੀ ਨਹੀਂ ਲੈਣਾ। ਦੈਟ ਇਜ਼ ਵਾਈ ਦਿਸ ਫਿਲਮ। ਸੋ ਇੱਕ ਇਹਦੇ ਵਿੱਚ ਉਹ ਵੀ ਇਸ਼ੂ ਆ ਕਿ ਇਕੱਲੀਆਂ ਕੁੜੀਆਂ ਨੂੰ ਇਕੱਲਿਆਂ ਮੁੰਡਿਆਂ ਨੂੰ ਚੰਡੀਗੜ੍ਹ ਮੋਹਾਲੀ 'ਚ ਰੂਮ ਲੈਣਾ ਬਹੁਤ ਔਖਾ ਜੀ। ਆਪਣੀ ਕੰਡੀਸ਼ਨਸ ਦੇ ਉੱਤੇ ਘਰ 'ਚ ਫਰਨੀਚਰ ਲਿਆਉਣਾ ਵੀ ਆਈ ਥਿੰਕ ਸੌਖਾ ਨਹੀਂ। ਉੱਥੇ ਵੀ 4 ਜਣੇ ਕਹਿਣਗੇ ਨਹੀਂ ਨਹੀਂ ਤੇਰੀ ਇਹ ਚੋਇਸ ਨਹੀਂ ਹੈ, ਅਸੀਂ ਇਹ ਲੈਣਾ। No will make you. She said it in an interview as well, and she was like, ਜਦੋਂ ਤੂੰ ਨਾ ਕਹੇਂਗੀ ਨਾ ਉਹ ਤੇਰਾ ਕਰੀਅਰ ਬਿਲਡ ਕਰੂਗਾ। ਪਰ ਕਦੇ ਤੁਸੀਂ ਇਹ ਸੋਚਿਆ ਕਿ ਐਕਟਰੈਸ ਤੇ ਐਕਟਰ ਦੀ ਜਿਹੜੀ ਫੀਸ ਹੁੰਦੀ ਆ ਉਹਦੇ ਵਿੱਚ ਇੰਨਾ ਡਿਫਰੈਂਸ ਕਿਉਂ ਹੁੰਦਾ ਹੈ? ਪਰ 8 ਮਾਰਚ ਨੂੰ ਜਦੋਂ ਤੁਸੀਂ ਫਿਲਮ ਦੇਖ ਕੇ ਆਓਗੇ ਤਾਂ ਤੁਹਾਨੂੰ ਪਤਾ ਚੱਲੂਗਾ ਕਿ ਅਸੀਂ ਟਾਈਟਲ ਕਿਉਂ ਇਹ ਚੂਜ਼ ਕੀਤਾ ਹੈ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। 8 ਮਾਰਚ ਦਿਨ ਬੁੱਧਵਾਰ ਵੂਮੈਨਸ ਡੇ ਵਾਲੇ ਦਿਨ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਮਿੱਤਰਾਂ ਦਾ ਨਾਂ ਚੱਲਦਾ। ਗਿੱਪੀ ਗਰੇਵਾਲ ਹੁਰੀ ਨੇ, ਤਾਨੀਆ ਹੁਰੀ ਨੇ, ਰਾਜਦੀਪ ਸ਼ੁਕਰ ਨੇ ਫਿਲਮ ਨੂੰ ਡਾਇਰੈਕਟ ਕੀਤਾ, ਪੰਕਜ ਬੱਤਰਾ ਹੋਰਾਂ ਨੇ, ਫਿਲਮ ਦੇ ਰਾਈਟਰ ਨੇ ਰਾਕੇਸ਼ ਧਵਨ। ਇਹ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਤਾਨੀਆ ਐਂਡ ਰਾਜਦੀਪ ਅੱਜ ਸਾਡੇ ਨਾਲ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੋਵਾਂ ਨੇ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਕਿਵੇਂ ਤੁਸੀਂ? ਬਹੁਤ ਵਧੀਆ ਜੀ, ਐਂਡ ਬਹੁਤ ਖੁਸ਼ ਕਿ ਅੱਜ ਅਸੀਂ ਇੱਥੇ ਆਏ। ਐਂਡ ਇਟਸ ਬਿਨ ਲੌਂਗ ਟਾਈਮ ਕਿ ਮੈਂ ਬਹੁਤ ਚਿਰ ਬਾਅਦ ਤੁਹਾਨੂੰ ਅੱਜ ਮਿਲੀ। ਆਪਾਂ ਸੁਫਨਾ ਟਾਈਮ ਮਿਲੇ ਸੀਗੇ। ਆਈ ਐਮ ਵੈਰੀ ਹੈਪੀ ਅਬਾਊਟ ਇਟ। ਤੇ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ। ਹਾਂਜੀ, ਮੁਬਾਰਕਾਂ ਇਸ ਫਿਲਮ ਲਈ ਤੁਹਾਨੂੰ ਦੋਵਾਂ ਨੂੰ। ਆਮ ਤੌਰ 'ਤੇ ਫਰਾਈਡੇ ਵਾਲੇ ਦਿਨ ਫਿਲਮ ਰਿਲੀਜ਼ ਹੁੰਦੀ ਹੈ ਅਤੇ ਇਹ ਪਹਿਲੀ ਫਿਲਮ ਆ ਜਿਹੜੀ ਬੁੱਧਵਾਰ ਨੂੰ ਰਿਲੀਜ਼ ਹੋਊਗੀ ਅਤੇ ਖਾਸ ਤੌਰ 'ਤੇ ਇੰਟਰਨੈਸ਼ਨਲ ਵੂਮੈਨਸ ਡੇ ਵਾਲੇ ਦਿਨ ਰਿਲੀਜ਼ ਹੋਊਗੀ। ਅਤੇ ਜਿਵੇਂ ਕਿ ਫਿਲਮ ਦਾ ਸਬਜੈਕਟ ਵੀ ਉੱਦਾਂ ਦਾ ਆ, ਹੈ ਨਾ। ਸੋ ਖਾਸ ਤੌਰ 'ਤੇ ਵੂਮੈਨਸ ਡੇ ਦੀ ਤੁਹਾਡੇ ਲਈ ਇੰਪੋਰਟੈਂਸ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਦਿਨ ਹੀ ਹੁੰਦੇ ਨੇਗੇ? ਵੇਖੋ ਖੁਸ਼ੀਆਂ ਤਾਂ ਰੋਜ਼ ਹੀ ਹੁੰਦੀਆਂ ਪਰ ਕਈ ਵਾਰੀ ਮਨਾ ਵੀ ਲੈਣੀਆਂ ਚਾਹੀਦੀਆਂ। ਸੋ ਆਈ ਫੀਲ ਦ ਸੇਮ ਵੇ ਕਿ ਦਿਨ ਤਾਂ ਸਾਰੇ ਹੀ ਹੁੰਦੇ ਪਰ ਕੋਈ ਦਿਨ ਮਨਾ ਲੈਣਾ ਚਾਹੀਦਾ। ਸੋ ਇਹ ਇੰਪੋਰਟੈਂਸ ਹੈ ਕਿ ਰਿਮੈਂਬਰ ਕਰਾਉਣਾ ਪੈਂਦਾ। ਬਿਲਕੁਲ। ਜਦੋਂ ਸਾਡੇ ਕੋਲ ਡਿਗਰੀ ਹੁੰਦੀ ਵੀ ਹੈ ਨਾ, ਸਾਨੂੰ ਸਟਿਲ ਰਿਵਾਈਵ ਕਰਨੀਆਂ ਪੈਂਦੀਆਂ ਚੀਜ਼ਾਂ, ਕਿਸੇ ਭੁੱਲ ਨਾ ਜਾਈਏ। ਸੋ ਛੋਟੇ ਜੈਸਚਰਸ ਨੇ ਜੋ ਬਣਾਏ ਗਏ ਨੇ ਸੋ ਕਿ ਅਸੀਂ ਯਾਦ ਰੱਖੀਏ। ਤੁਸੀਂ ਬਹੁਤ ਡਿਫਰੈਂਟ ਮਾਹੌਲ ਦੇ ਵਿੱਚ ਜੰਮੇ ਹੋ, ਫਿਰ ਉਸ ਤੋਂ ਬਾਅਦ ਤੁਸੀਂ ਇੰਗਲੈਂਡ ਜਾ ਕੇ ਪੜ੍ਹੇ, ਅਤੇ ਤੁਹਾਡੇ ਲਈ ਇਸ ਦਿਨ ਦੀ ਅਹਿਮੀਅਤ ਕੀ ਆ? ਦੇਖੋ ਵੂਮੈਨਸ ਡੇ 'ਤੇ ਹਰੇਕ ਵਾਰ ਗਵਰਨਮੈਂਟ ਕੋਈ ਨਵਾਂ ਇਨੀਸ਼ੀਏਟਿਵ ਲਾਂਚ ਕਰਦੀ ਹੈ। ਜਿਹੜੀਆਂ ਇੰਸਟੀਟਿਊਸ਼ਨਸ ਹੁੰਦੀਆਂ ਨੇ ਜਾਂ ਫਿਰ ਚੈਰਿਟੀਜ਼, NGOs ਸਾਰੇ ਕੁਝ ਨਾ ਕੁਝ ਨਵਾਂ ਮੂਹਰੇ ਲੈ ਕੇ ਆਉਂਦੇ ਨੇ, ਪੋਲਿਸੀਜ਼ ਫਿਰ ਡਿਸਕਸ਼ਨ ਦੇ ਵਿੱਚ ਆਉਂਦੀਆਂ ਨੇ। ਸੋ ਇਟਸ ਅ ਵੈਰੀ ਇੰਪੋਰਟੈਂਟ ਡੇ ਫॉर ਵੂਮਨ ਐਂਡ ਮੈਨੂੰ ਵਧੀਆ ਲੱਗਦਾ ਹੈ ਕਿ ਥੋੜ੍ਹੀ ਜਿਹੀ ਅਵੇਅਰਨੈਸ ਜ਼ਿਆਦਾ ਵੱਧਦੀ ਹੈ। ਹਰੇਕ ਸਾਲ ਇੱਕ ਗਰੋਥ ਆਉਂਦੀ ਹੈ ਵੂਮੈਨਸ ਡੇ ਦੇ ਨਾਲ। So it's a really important day for women and I think we should celebrate women every day. But ਜੇ ਆਪਾਂ ਇੱਕ ਦਿਨ ਉਹਨਾਂ ਵਿੱਚੋਂ ਥੋੜ੍ਹੀ ਜਿਹੀ ਜ਼ਿਆਦਾ ਅਹਿਮੀਅਤ ਦੇ ਦਿੰਦੇ ਹਾਂ ਤਾਂ ਉਹ ਵੀ ਵਧੀਆ ਹੈ। ਵੈਸੇ ਤਾਂ ਹਰ ਦਿਨ ਅਹਿਮੀਅਤ ਦੇਣੀ ਚਾਹੀਦੀ ਹੈ ਇੱਕ ਔਰਤ ਨੂੰ, ਪਰ I think women need that. ਅਹਿਮੀਅਤ ਕਿੱਦਾਂ? I think ਆਪਾਂ ਕਿਤੇ ਨਾ ਕਿਤੇ ਬਹੁਤ ਡਿਫਰੈਂਸਿਸ ਨੇ ਇੱਕ ਮੇਲ ਅਤੇ ਇੱਕ ਔਰਤ ਦੇ ਵਿੱਚ। ਓਬਵੀਅਸਲੀ ਫਿਜ਼ੀਕਲੀ ਤਾਂ ਆਪਾਂ ਉਹ ਚੀਜ਼ਾਂ ਨਹੀਂ ਮਿਟਾ ਸਕਦੇ ਕਿਉਂਕਿ ਉਹ ਰੱਬ ਵੱਲੋਂ ਜਿਵੇਂ ਸਾਨੂੰ ਬਣਾਇਆ ਗਿਆ ਹੈ, ਜੋ ਰੱਬ ਨੇ ਇੱਕ ਬੰਦੇ ਦੇ ਵਿੱਚ ਪਾਇਆ ਹੈ ਔਰਤ ਦੇ ਵਿੱਚ ਨਹੀਂ ਪਾਇਆ ਹੈਗਾ। ਔਰਤ ਜਨਮ ਦੇ ਸਕਦੀ ਹੈ ਅਤੇ ਮਰਦ ਨਹੀਂ ਕਰ ਸਕਦਾ। ਮਰਦ ਦੇ ਵਿੱਚ ਫਿਜ਼ੀਕਲ ਸਟਰੈਂਥ ਥੋੜ੍ਹੀ ਜ਼ਿਆਦਾ ਹੁੰਦੀ ਹੈ, ਇਮੋਸ਼ਨਲ ਪਾਵਰ ਥੋੜ੍ਹਾ ਘੱਟ ਹੁੰਦਾ ਹੈ। ਸੋ ਇਹ ਚੀਜ਼ਾਂ ਬੈਲੈਂਸ ਕਰਨ ਲਈ ਇੱਕ ਔਰਤ ਮਰਦ ਦਾ ਸਾਥ ਦਿੰਦੀ ਹੈ, ਇੱਕ ਮਰਦ ਔਰਤ ਦਾ ਸਾਥ ਦਿੰਦੇ ਆ। ਬਟ ਆਈ ਥਿੰਕ ਕਿ ਕਿਤੇ ਨਾ ਕਿਤੇ ਸ਼ਾਇਦ ਹਜੇ ਵੀ ਗਰੋਥ ਦੀ ਬਹੁਤ ਜ਼ਰੂਰਤ ਹੈ। ਇੱਕ ਰਿਸਪੈਕਟ ਸ਼ਾਇਦ ਔਰਤਾਂ ਨੂੰ ਥੋੜ੍ਹੀ ਜ਼ਿਆਦਾ ਮਿਲ ਸਕਦੀ ਹੈ। ਜੋ ਔਰਤਾਂ ਦੇ ਨਾਲ ਗਲਤ ਹੁੰਦਾ ਹੈ, ਆਪਾਂ ਹਰ ਸਾਲ ਦੇਖਦੇ ਹਾਂ ਕਿ ਦ ਰੇਪਸ ਆਰ ਇਨਕਰੀਸਿੰਗ। ਇੱਕ ਇਹੋ ਜਿਹੀ ਫੜੀ ਹੋਈ ਹੈ ਗ੍ਰਾਫ ਜੋ ਕਿ ਥੱਲੇ ਆਉਣ ਨੂੰ ਨਾ ਹੀ ਨਹੀਂ ਲੈ ਰਹੀ। ਸੋ ਆਈ ਹੋਪ ਕਿ ਉਹ ਚੀਜ਼ ਵੀ ਘਟੇ, ਉਹਦੇ ਨਾਲ ਹੀ ਵੂਮਨ ਐਮਪਾਵਰਮੈਂਟ ਵਧੇਗੀ। ਬਿਲਕੁਲ। So and women representation in political institutions, ਮੈਂ ਬਹੁਤ ਚਾਹਾਂਗੀ ਕਿ ਪੋਲੀਟੀਕਲ ਇੰਸਟੀਟਿਊਸ਼ਨਸ ਦੇ ਵਿੱਚ ਵੀ ਸਾਡੀਆਂ ਔਰਤਾਂ ਹੋਰ ਹੋਣ। ਸਰਟਨਲੀ ਇੰਡੀਆ ਦੇ ਵਿੱਚ, ਸਾਡੇ UK ਦੇ ਵਿੱਚ ਵੀ ਬਹੁਤ ਘੱਟ ਨੇ, ਬਟ
ਇੰਡੀਆ ਦੇ ਵਿੱਚ ਹੋਰ ਵੀ ਘੱਟ ਨੇ, ਸੋ ਆਈ ਵੁੱਡ ਲਵ ਟੂ ਸੀ ਦੈਟ। ਯਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਸਾਡੀ ਜੇ ਅਸੀਂ ਰਿਪਰੈਜ਼ੈਂਟ ਘੱਟ ਕਰ ਰਹੇ ਹਾਂ ਤਾਂ ਇਹਦਾ ਮਤਲਬ ਕਿ ਸਾਨੂੰ ਪੋਲੀਟਿਕਸ 'ਚ ਇੰਟਰਸਟ ਵੀ ਘੱਟ ਹੋ ਸਕਦਾ ਆ, ਕਿ ਸਾਡੀਆਂ ਵੂਮਨ ਉਹਨਾਂ ਇੰਟਰਸਟ ਹੀ ਨਹੀਂ ਲੈਂਦੀਆਂ ਪੋਲੀਟਿਕਸ ਦੇ ਵਿੱਚ? नो, आई थिंक इट्स दबाव है शायद एक अपनी मेल फिगर्स जो ने इंस्टीट्यूशनस ਦੇ ਵਿੱਚ ਉਹ ਸ਼ਾਇਦ ਐਂਟਰੀ ਨਹੀਂ ਚਾਹੁੰਦੇ, ਮੇਬੀ ਆਈ ਡੋਨਟ ਨੋ, ਆਈ ਕਾਂਟ ਸੇ ਨਹੀਂ ਚਾਹੁੰਦੇ, ਮੈਂ ਉਹਨਾਂ ਦੇ ਬਿਹਾਫ ਤੇ ਨਹੀਂ ਗੱਲ ਕਰ ਸਕਦੀ, ਬਟ ਆਈ ਥਿੰਕ ਇੱਕ ਉਹੀ ਨਾ ਆਪਾਂ ਜਦੋਂ ਵੀ ਅਸੀਂ ਫਿਲਮ ਪ੍ਰਮੋਟ ਕਰਨ ਜਾਂਦੇ ਹਾਂ ਤਾਂ ਇਹ ਸਵਾਲ ਸਾਨੂੰ ਬਹੁਤ ਵਾਰ ਪੁੱਛਿਆ ਜਾਂਦਾ ਹੈ, ਤਾਂ ਇੱਕ ਔਰਤ ਨੂੰ ਹਮੇਸ਼ਾ ਬੈਕ ਫੁੱਟ ਤੇ ਰੱਖਦੇ ਨੇ, ਕਿਉਂਕਿ ਔਰਤਾਂ ਇਕੱਠੀਆਂ ਆ ਗਈਆਂ ਤਾਂ ਪਤਾ ਨਹੀਂ ਕੀ ਹੋ ਜਾਣਾ ਹੈ ਇਸ ਦੁਨੀਆ 'ਤੇ। ਸੋ ਆਈ ਥਿੰਕ ਇਟਸ ਦੈਟ, ਸ਼ਾਇਦ ਥੋੜ੍ਹੀ ਝਿਜਕ ਵੀ ਹੈ ਕਿ ਸ਼ਾਇਦ ਅਸੀਂ ਬੋਲ ਨਹੀਂ ਸਕਦੀਆਂ। ਬਿਲਕੁਲ। ਤੇ ਆਈ ਥਿੰਕ ਇਟਸ ਦੈਟ, ਬਟ ਇਟ ਵੁੱਡ ਬੀ ਰੀਅਲੀ ਗੁੱਡ ਜੇ ਪੋਲੀਟੀਕਲ ਇੰਸਟੀਟਿਊਸ਼ਨਸ ਦੇ ਵਿੱਚ। ਮੈਨੂੰ ਥੋੜਾ ਹੋਰ ਲੱਗਦਾ, ਮੈਨੂੰ ਲੱਗਦਾ ਵੀ ਜਿਵੇਂ ਮਾਪਿਓ ਬੱਚਾ ਜਿੰਨਾ ਮਰਜ਼ੀ ਵੱਡਾ ਹੋ ਜੇ ਤਾਂ ਵੀ ਕਹਿੰਦੇ ਨਾ ਕਿ ਪਤਾ ਨਹੀਂ ਕਰ ਪਾਏਗਾ ਕਿ ਨਹੀਂ, ਉਹ ਮਾਈਂਡ ਸੈਟਅਪ ਥੋੜਾ ਐ ਜਿਹਾ ਹੋਇਆ ਵੀ ਪਤਾ ਨਹੀਂ ਕਰ ਪਾਏਗੀ ਕਿ ਨਹੀਂ। ਸੋ ਜਸਟ ਦ ਚੇਂਜ ਇਨ ਦ ਮਾਈਂਡਸੈਟ ਇਜ਼ ਰਿਕੁਆਇਰਡ। ਪੋਲੀਟੀਕਲ ਹੋਵੇ, ਜਿਹੜੀ ਕੁੜੀ ਢਿੱਡ ਫਾੜ ਕੇ ਬੱਚਾ ਜੰਮ ਸਕਦੀ ਹੈ ਨਾ, ਉਹ ਇੰਸਟੀਟਿਊਸ਼ਨ ਸਾਹਮਣੇ ਸਕਦੀ। ਬਿਲਕੁਲ। ਕਿਹੜੇ ਸਟੀਰੀਓਟਾਈਪ ਨੇ ਜਿਹੜੇ ਕਿ ਤੁਹਾਨੂੰ ਫੀਮੇਲ ਸੁਸਾਇਟੀ ਜਾਂ ਇੱਕ ਫੀਮੇਲ ਜੈਂਡਰ ਦੇ ਲਈ ਬਣਾਏ ਗਏ ਨੇ ਤੇ ਤੁਹਾਨੂੰ ਲੱਗਦਾ ਕਿ ਉਹ ਨਹੀਂ ਹੋਣੇ ਚਾਹੀਦੇ ਜਾਂ ਤੁਹਾਨੂੰ ਵਧੀਆ ਨਹੀਂ ਲੱਗਦੇ? देयर आर सेवरल, डिपेंडिंग कि ਅਸੀਂ ਕਿਹੜੇ ਨਾਲ ਕਿਦੋਂ ਕੰਟੈਕਟ 'ਚ ਆਉਂਦੇ ਹਾਂ। ਸਟੀਰੀਓਟਾਈਪ ਐਜ਼ ਇਫ ਆਲ ਨੋਟ ਸਪੈਸੀਫਾਈ ਸਮ, ਬਟ ਹਾਂ ਹੈਗੇ ਨੇ, ਐਂਡ ਮੇਰੀ ਥੋੜ੍ਹੀ ਸੋਚਣੀ ਅੱਡ ਹੈ ਇਸ ਚੀਜ਼ ਨੂੰ। ਮੈਨੂੰ ਲੱਗਦਾ ਵੀ ਮੈਂ ਬੈਸਾਂ, ਮੈਂ ਲੜਾਂ, ਉਹਦੇ ਨਾਲੋਂ ਮੈਂ ਮਿਹਨਤ ਕਰਾਂ ਵੀ ਮੈਂ ਚੇਂਜ ਕਿਵੇਂ ਕਰ ਸਕਦੀ। ਬਿਲਕੁਲ। ਸੋ देयर इज़ नो फन ਵੀ ਮੈਂ ਬਸ ਲੜੀ ਜਾਵਾਂ, ਇਹ ਕਰ ਦਿਆ ਦੁਨੀਆ में, वो कर दिया। I feel like if I need to work hard, ਮੈਂ ਹਾਰਡ ਵਰਕ ਕਰ ਲਾਂ, ਇਹਨੂੰ ਚੇਂਜ ਕਰਦਾ ਸੋ ਐਜ਼ ਮੇਰੇ ਮਗਰਲਿਆਂ ਨੂੰ ਨਾ ਲੜਨਾ ਪਏ ਤੇ ਨਾ ਉਹ ਇੰਨੇ 3 ਟਾਈਮਸ ਔਰ 4 ਟਾਈਮਸ ਹਾਰਡ ਵਰਕ ਕਰਕੇ ਆਉਣ। ਸੋ देयर आर ਸਟੀਰੀਓਟਾਈਪਸ ਜੇ ਡਿਸਕਸ ਕਰਨ ਬਹਿ ਗਏ ਤੇ ਫਿਰ ਤਾਂ ਬਸ ਲੈਜੈਂਡਸ ਹੀ ਲਿਖਣ ਜਾਣਗੇ। ਬਿਲਕੁਲ। ਰਾਜਦੀਪ, ਤੁਸੀਂ ਕੁਝ ਕਹਿਣਾ ਚਾਹੋਗੇ ਕਿ ਜੋ ਵਿਮਨ ਸੁਸਾਇਟੀ ਨੂੰ ਲੈ ਕੇ ਕੁਝ ਸਟੀਰੀਓਟਾਈਪ ਬਣੇ ਹੋਏ ਨੇਗੇ? ਸਟੀਰੀਓਟਾਈਪਸ, ਕਈ ਸਟੀਰੀਓਟਾਈਪਸ ਦੇ ਮੈਂ ਹੱਕ ਦੇ ਵਿੱਚ ਵੀ ਹਾਂ, ਪਰ ਸਰਟਨਲੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਪੰਜਾਬੀ ਕਲਚਰ ਜਿਹੜਾ ਹੈ ਆਪਣਾ, ਉਹਦੇ ਵਿੱਚ ਇੱਕ ਸ਼ਰਮ, ਲਾਜ, ਇਹ ਚੀਜ਼ਾਂ ਆਪਣੀਆਂ ਰੂਟਸ ਦੇ ਵਿੱਚ ਨੇ, ਉਹ ਹੋਣੀਆਂ ਵੀ ਚਾਹੀਦੀਆਂ ਨੇ। ਸੋ ਚੀਜ਼ਾਂ ਮੈਨੂੰ ਠੀਕ ਵੀ ਲੱਗਦੀਆਂ ਨੇ ਕਈ। ਓਬਵੀਅਸਲੀ ਜਦੋਂ ਕਹਿੰਦੇ ਨੇ ਕਿ ਇੱਕ ਕੁੜੀ ਸਿਰਫ ਇਹੋ ਜਿਹਾ ਕੰਮ ਕਰੇ ਜਾਂ ਕੁਕਿੰਗ ਦੇ ਵਿੱਚ ਲਾ ਦਿਓ ਜਾਂ ਫਿਰ ਨੀਲ ਪੇਂਟ ਕਰਦੀ ਹੈ ਕੁੜੀ, ਇਹ ਉਹ ਚੀਜ਼ਾਂ, ਉਹ ਤਾਂ ਅੰਦਰ ਬੈਠੀ ਪਤਾ ਨਹੀਂ ਮੇਕਅਪ ਵੀਡੀਓਜ਼ ਦੇਖਦੀ ਹੋਣੀ ਹੈ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਹਿੰਦੇ ਆ ਆਪਾਂ, ਇਹ ਜ਼ਰੂਰੀ ਨਹੀਂ ਕਿ ਕਰਦੇ ਹਾਂ, ਉਹ ਕਹਿਣ ਦੇ ਨਾਲ ਹੀ ਬਹੁਤ, that's the stereotype actually. So I think it's changing though, ਮੈਂ ਬਹੁਤ ਦੇਖਿਆ ਹੈ। ਸ਼ਾਇਦ ਪਿੰਡਾਂ ਦੇ ਵਿੱਚ ਹੌਲੀ ਹੌਲੀ ਉਹ ਬਦਲਾਵ ਆ ਰਿਹਾ ਹੈ, ਸ਼ਹਿਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਦਲਾਵ ਹੈ। ਮੈਂ ਇਸ ਵਾਰ ਆਈ ਹਾਂ ਤਾਂ ਪਹਿਲਾਂ ਤਾਂ ਸਾਨੂੰ ਇੱਦਾਂ ਵੀ ਹੁੰਦਾ ਸੀ ਕਿ ਸਾਡੇ ਪੇਰੈਂਟਸ ਬਹੁਤ ਸਾਂਭ ਕੇ ਰੱਖਦੇ ਆ, ਉਹ ਤਾਂ ਹੁੰਦਾ ਹੀ ਹੈ ਵੈਸੇ ਵੀ, ਆਪਣੇ ਬੱਚਿਆਂ ਨੂੰ ਸਾਂਭ ਕੇ ਰੱਖਦੇ ਨੇ, ਪਰ ਇਹ ਜ਼ਰੂਰ ਹੁੰਦਾ ਸੀਗਾ ਕਿ ਕੁਝ ਅਸੀਂ ਬਾਹਰੋਂ ਆਈਆਂ ਨੇ ਤਾਂ ਸਾਂਭ ਕੇ ਰੱਖੋ, ਸ਼ਹਿਰ 'ਚ ਨਹੀਂ ਭੇਜਣਾ ਕੱਲੀਆਂ ਨੂੰ, ਇਹ ਨਹੀਂ ਕਰਨਾ। ਹੁਣ ਤਾਂ ਚਲੋ ਮੈਂ ਕੱਲੀ ਆਉਂਦੀ ਹਾਂ, ਹੁਣ ਇਹ ਡਰ ਜਿਹਾ ਜਿਹੜਾ ਹੈ ਉਹ ਥੋੜਾ ਘਟ ਗਿਆ ਹੈ, ਸ਼ਾਇਦ ਕਿਉਂਕਿ ਸਟੀਰੀਓਟਾਈਪਸ ਘਟਣ ਲੱਗ ਗਏ। ਬਿਲਕੁਲ। ਯਾ ਤੁਹਾਡੀ ਫਿਲਮ 'ਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ, ਕਿਉਂਕਿ ਇਹਦੇ ਨਾਲ ਰਲਦਾ ਮਿਲਦਾ ਇੱਕ ਥੀਮ ਬੇਸਡ ਫਿਲਮ ਜਿਹੜੀ ਰਿਲੀਜ਼ ਹੋਈ ਸੀ, ਕਲੀ ਜੋਟਾ। ਚਾਹੂੰਗੀ ਕਿ ਅਗਰ ਤੁਸੀਂ ਦੇਖੀ ਆ ਤਾਂ ਉਸ ਫਿਲਮ ਬਾਰੇ ਤੁਹਾਡੇ ਦੋਵਾਂ 'ਚੋਂ ਕੋਈ ਕੁਝ ਕਹਿਣਾ ਚਾਹੁੰਦਾ? ਮੈਂ ਪ੍ਰੀਮੀਅਰ 'ਤੇ ਦੇਖੀ ਸੀ ਫਿਲਮ। ਫਸਟ ਆਫ ਆਲ ਤੇ ਪਰਫਾਰਮ ਬਹੁਤ ਤਰੀਕੇ ਨਾਲ ਕੀਤਾ ਗਿਆ। ਸੈਕੰਡਲੀ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਉਹ ਕੱਟ ਸ਼ਾਰਟ 'ਚ ਮੈਸੇਜ ਦਿੱਤਾ ਹੈ, ਕੋਈ ਡਰੈਗਿੰਗ ਨਹੀਂ ਹੈ, ਕੋਈ ਲਿੰਗਰ ਔਨ ਨਹੀਂ ਕੀਤੀ ਫਿਲਮ। ਤੀਜੀ ਗੱਲ ਜੋ ਮੈਨੂੰ ਬਹੁਤ ਸੋਹਣੀ ਲੱਗੀ ਇਜ਼ ਦੈਟ ਕਿ ਇਟਸ ਨੋਟ ਫਿਜ਼ੀਕਲੀ ਦੈਟ ਯੂ ਗੈਟ ਹਰਟ, ਇਮੋਸ਼ਨਲੀ ਜੋ ਬੰਦਾ ਹਰਟ ਹੁੰਦਾ ਨਾ, ਉਹ ਲਾਈਫ ਡਿਪਰੈਸ ਕਰ ਸਕਦਾ, ਐਂਡ ਡਿਪਰੈਸ਼ਨ 'ਚ ਕਈ ਲੋਕ ਜ਼ਿੰਦਗੀ ਕੱਟ ਰਹੇ ਨੇ। ਸੋ ਇਟ ਇਜ਼ ਇੰਪੋਰਟੈਂਟ ਟੂ ਵੈਲਿਊ। ਆਈ ਥਿੰਕ ਸਾਨੂੰ ਸਾਰਿਆਂ ਨੂੰ ਇੱਥੇ ਬਹਿ ਕੇ ਡਿਸਕਸ ਕਰਨ ਦੀ ਲੋੜ ਨਹੀਂ, ਹਰ ਕਿਸੇ ਕੋ ਇੰਟਰਨੈਟ ਹੈ, ਉਹਨਾਂ ਨੂੰ ਪਤਾ ਹੈ, ਐਵਰੀਬਡੀ ਇਜ਼ ਅਵੇਅਰ ਆਫ ਇਟ, ਬਟ ਕੌਣ ਕਦੋਂ ਕਿੱਥੇ ਅਪਲਾਈ ਕਰ ਰਿਹਾ ਆਪਣੀ ਲਾਈਫ ਸੁਲਝਾਉਣ ਲਈ, ਉਹ ਹਜੇ ਤੱਕ ਇੰਪਲੀਮੈਂਟੇਸ਼ਨ ਨਹੀਂ ਹੋਈ। ਬਟ ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਸਿਨੇਮਾ ਤੁਹਾਡੇ ਦੇਸ਼ ਨੂੰ ਰਿਪਰੈਜ਼ੈਂਟ ਕਰਦਾ, ਤੁਹਾਡੇ ਯੂਥ ਨੂੰ ਰਿਪਰੈਜ਼ੈਂਟ ਕਰਦਾ, ਐਂਡ ਵਿਗਾੜਨ ਵਾਲਾ ਵੀ ਸਿਨੇਮਾ ਹੁੰਦਾ, ਸਵਾਰਨ ਵਾਲਾ ਵੀ ਸਿਨੇਮਾ ਹੁੰਦਾ। ਦੈਟਸ ਹਾਊ ਪਹਿਲੀਆਂ ਫਿਲਮਾਂ 'ਚ ਕੁਝ ਮੋਰਲਸ ਹੁੰਦੇ ਸੀ ਤੇ ਇੱਕ ਸਟੈਂਡਰਡਸ ਸੈੱਟ ਹੋ ਜਾਂਦੇ ਸੀ ਕਿ ਯਾਰ ਇਹ ਚੀਜ਼ ਅੱਛੀ ਹੈ, ਇਹ ਚੀਜ਼ ਨਹੀਂ ਅੱਛੀ।
ਤੇ ਉਹ ਚੀਜ਼ਾਂ ਜਿਵੇਂ ਹੁਣ ਇਹਨਾਂ ਨੇ ਵਿਖਾਈਆਂ ਕਿ ਮੈਂਟਲ ਹੈਲਥ ਇਜ਼ ਆਲਸੋ ਇੰਪੋਰਟੈਂਟ, ਥਿੰਗਸ ਡੂ ਅਫੈਕਟ ਮੈਂਟਲੀ, ਬੀ ਇਟ ਕੁੜੀ ਔਰ ਬੀ ਇਟ ਮੁੰਡਾ, ਉਹ ਜੈਂਡਰ ਨਹੀਂ ਮੈਟਰ ਕਰ ਰਿਹਾ ਇਸ ਪੁਆਇੰਟ ਤੇ। ਸੋ ਮੈਂ ਕਹੂੰਗੀ ਕਿ ਥੈਂਕ ਯੂ ਫਸਟ ਆਫ ਆਲ ਟੂ ਦ ਮੇਕਰਸ ਆਫ ਕਲੀ ਜੋਟਾ, ਬਿਕਾਜ਼ ਇਹੋ ਜਿਹੇ ਕਨਸੈਪਟ ਲਿਆਉਣ ਦੀ ਲੋੜ ਹੈ। ਐਂਡ ਥੈਂਕ ਯੂ ਟੂ ਦੀ ਆਡੀਅנס ਜਿਨ੍ਹਾਂ ਨੇ ਜਾ ਕੇ ਇਹ ਫਿਲਮ ਥੀਏਟਰ 'ਚ ਵੇਖੀ। ਮੈਨੂੰ ਲੱਗਦਾ ਜਿੰਨੇ ਵੀ ਲੋਕਾਂ ਨੇ ਵੇਖੀ, ਜੇ ਉਹਨਾਂ 'ਚੋਂ 10 ਲੋਕੀ ਵੀ ਆਪਣੀ ਲਾਈਫ ਸੇਵ ਕਰ ਗਏ ਇਸ ਚੀਜ਼ ਨਾਲ, ਇਹਦਾ ਮਤਲਬ ਵੀ ਅਸੀਂ ਕਾਮਯਾਬ ਹਾਂ। ਇਟਸ ਨਾਟ ਅਬਾਊਟ ਓਨਲੀ ਮੇਕਿੰਗ ਮਨੀ, ਇਟਸ ਅਬਾਊਟ ਸੇਵਿੰਗ ਯੋਰ ਪੀਪਲ, ਐਜੂਕੇਟਿੰਗ them, letting them know what is good for them and what is not. So that is what I have to say about Kali Jota. ਤੇ ਇਸ ਫਿਲਮ ਦੀ ਰਿਸਪੌਂਸ ਨੇ ਤੁਹਾਨੂੰ ਪੋਜ਼ਿਟਿਵਿਟੀ ਦਿੱਤੀ ਹੈ? ਕਿਉਂਕਿ ਹਮੇਸ਼ਾ ਮੇਕਰਸ ਇਹ ਕਹਿੰਦੇ ਨੇ ਕਿ ਅਸੀਂ ਜ਼ਿਆਦਾ ਸੈਂਸਿਟਿਵ ਜਾਂ ਡਾਰਕ ਵਿਸ਼ਿਆਂ ਦੇ ਉੱਪਰ ਅਸੀਂ ਇਸ ਕਰਕੇ ਫਿਲਮਾਂ ਨਹੀਂ ਕਰਦੇ ਕਿਉਂਕਿ ਆਡੀਅנס ਨਹੀਂ ਪਹੁੰਚਦੀ। ਪਰ ਮੈਨੂੰ ਲੱਗਦਾ ਜੇ ਸਟੋਰੀ ਨੂੰ ਐਗਜ਼ੀਕਿਊਸ਼ਨ ਚੰਗੀ ਮਿਲੀ ਹੁੰਦੀ ਹੈ ਤਾਂ ਆਡੀਅנס ਜਾਂਦੀ ਆ, ਤੇ ਉਹਦਾ ਸਾਡੇ ਕੋਲ ਇਹ ਸਬੂਤ ਸੀਗਾ ਕਲੀ ਜੋਟਾ। ਤੇ ਉਹਦੇ ਰਿਜ਼ਲਟ ਨੇ ਇਸ ਫਿਲਮ ਦੇ ਲਈ ਤੁਹਾਨੂੰ ਹੋਪ ਦਿੱਤੀ ਹੈ ਕਿ ਲੋਕੀ ਜਾਂਦੇ ਨੇ ਦੇਖਣ? ਵਰਡ ਆਫ ਮਾਊਥ ਸੀ ਪੂਰਾ। ਜੇ ਤੁਸੀਂ ਦੇਖਿਆ ਹੋਵੇ ਉਹਦੀ ਸੈਕੰਡ ਵੀਕ ਪਹਿਲੇ ਵੀਕਐਂਡ ਤੋਂ ਜ਼ਿਆਦਾ ਵੱਡੀ ਸੀਗੀ ਔਨ ਦ ਬਾਕਸ ਆਫਿਸ ਨੰਬਰਸ, which is beautiful। ਬਟ ਦੇਖੋ ਕਿੰਨੀ ਸੋਹਣੀ ਗੱਲ ਉਹਨਾਂ ਨੇ ਦਿਖਾਈ ਹੈ ਫਿਲਮ ਦੇ ਐਂਡਿੰਗ ਦੇ ਵਿੱਚ ਕਿ ਇਟਸ ਨਾਟ ਰਿਕੁਆਇਰਡ ਫॉर द ਰੇਪ ਟੂ ਹੈਪਨ। ਉਹ ਜ਼ਰੂਰੀ ਨਹੀਂ ਹੈ ਕਿ ਰੇਪ ਹੋਣਾ ਜ਼ਰੂਰੀ ਹੈ ਤੇ ਉਦੋਂ ਹੀ ਕੁਝ ਗਲਤ ਹੋਊਗਾ। ਸੋ ਆਈ ਥਿੰਕ ਇਟ ਵਾਸ ਜਸਟ that beautiful message। and ਮੈਂ political representation ਦੀ ਦਿਖਾ ਰਹੀ ਸੀ, ਉਹ ਚੂਜ਼ ਕਰ ਸਕਦੇ ਸੀ ਕੋਈ ਹੋਰ ਮੇਲ ਆਰਟਿਸਟ, but they chose Vamika to be the lawyer, and what a beautiful thing। ਉਸ ਦੀ ਕੋਰਟ ਰੂਮ ਦੇ ਵਿੱਚ ਤੁਸੀਂ ਇੱਕ ਵਾਰ ਨਿਗਾਹ ਮਾਰੋਗੇ, ਮੈਂ 2 ਵਾਰ ਦੇਖੀ ਹੈ ਫਿਲਮ, and ਜ਼ਿਆਦਾ ਕੁੜੀਆਂ ਬੈਠੀਆਂ ਨੇ, which I loved about Dadu sir, the fact that he chose that on purpose। It was just a beautiful film, very well executed, and I think ਸਾਨੂੰ ਬਹੁਤ ਜ਼ਿਆਦਾ support ਮਿਲੀ ਹੈ ਉਸ ਫਿਲਮ ਦੀ। I'm so glad ਕਿ ਉਹ ਫਿਲਮ ਚੱਲੀ ਹੈ, because ਉਹਦੇ ਨਾਲ ਇੱਕ ਬੂਸਟ ਮਿਲ ਗਿਆ ਪੰਜਾਬੀ ਸਿਨੇਮਾ ਇੰਡਸਟਰੀ ਨੂੰ, ਸਾਰੇ ਐਕਟਰਸ ਨੂੰ, ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਹੁਣ। ਐਂਡ ਉਸ ਤੋਂ ਇਲਾਵਾ ਇਹ ਕਿ ਪੰਜਾਬੀ ਐਕਟ੍ਰੈਸਿਸ ਨੂੰ ਤੁਸੀਂ ਇੱਕ ਡੈਕੋਰੇਟਡ ਕਰੈਕਟਰ ਤੋਂ ਵੀ ਬਾਹਰ ਲੈ ਕੇ ਆਏ ਹੋ ਕਿ ਉਹ ਵੀ ਬਹੁਤ ਕੁਛ ਕਰ ਸਕਦੇ ਨੇਗੇ, ਹੈ ਨਾ। ਜਿਵੇਂ ਤੁਹਾਡੀ ਸੁਫਨਾ ਸੀਗੀ, ਔਰ ਮੈਂ ਕਹੂੰਗੀ ਕਿ ਤੁਹਾਡੀ ਫਿਲਮ ਸੀਗੀ, ਹੈ ਨਾ, ਇੰਨਾ ਬਿਊਟੀਫੁਲੀ ਤੁਸੀਂ ਉਹਦੇ ਵਿੱਚ ਪਰਫਾਰਮ ਕੀਤਾ। ਤੇ ਇਸ ਫਿਲਮ 'ਤੇ ਅਸੀਂ ਗੱਲ ਕਰਦੇ ਹਾਂ, ਇਹ ਫਿਲਮ ਕਿਉਂ? ਬਿਕਾਜ਼ ਇਹਦੀ ਰਿਕੁਆਇਰਮੈਂਟ ਹੈ ਸੋਸਾਇਟੀ 'ਚ। ਸੋ ਜਿਵੇਂ ਮੈਂ ਕਹਿ ਰਹੀ ਹਾਂ, ਸਿਨੇਮਾ ਬਹੁਤ ਕੁਝ ਤੁਹਾਨੂੰ ਇਨਡਾਇਰੈਕਟਲੀ ਤੁਹਾਡੇ ਸਬਕੌਂਸ਼ੀਅਸ 'ਚ ਪਾ ਜਾਂਦਾ ਹੈ ਐਂਡ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਸੋ ਇਸ ਫਿਲਮ ਦੀ ਰਿਕੁਆਇਰਮੈਂਟ ਸੀ ਕਿ ਕੁਛ 'ਚ ਤੁਸੀਂ ਡਾਇਲੋਗ ਸੁਣੇ ਹੋਣਗੇ, ਲਾਡੀ ਜੀ ਦਾ ਕਿਰਦਾਰ ਗਿੱਪੀ ਜੀ ਪਲੇ ਕਰ ਰਹੇ ਨੇ, ਉਹਨਾਂ ਨੇ ਕਿਹਾ ਕੋਈ ਜੰਗਲ ਰਾਜ ਥੋੜ੍ਹੀ ਹੈ ਵੀ ਕਈ ਰਿਸ਼ਤੇ ਧੱਕੇ ਨਾਲ ਨਹੀਂ ਬਣਾਏ ਜਾ ਸਕਦੇ, ਐਂਡ ਦੈਟਸ ਟਰੂ। ਬਟ ਉਹ ਚੀਜ਼ ਸਮਝਾਏ ਕੌਣ? ਪੈਰੈਂਟਸ ਦੀ ਵੀ ਅੱਜ ਕੱਲ੍ਹ ਬੱਚੇ ਦੂਰ ਰਹਿ ਰਹੇ ਨੇ, ਪੈਰੈਂਟਸ ਦੂਰ ਰਹਿ ਰਹੇ, ਉਹ ਮੋਰਲ ਵੈਲਿਊਜ਼ ਤਾਂ ਹੈ ਹੀ ਨਹੀਂ। ਕਰੇ ਕਿਸੇ ਵੱਡੇ ਨੂੰ ਗੱਲ ਕਰਦੇ ਸੁਣੋ ਤੇ ਪਤਾ ਲੱਗੇ। ਹੁਣ ਹਰ ਕੋਈ ਬੰਦਾ ਆਪਣੀ ਲਾਈਫ ਦਾ ਆਪ ਮਾਲਕ ਹੈ, ਤੇ ਸਾਡੇ ਕੋਲ ਕੀ ਚੀਜ਼ ਰਹਿ ਗਈ ਸਾਰਿਆਂ ਨੂੰ ਇੱਕ ਮੈਸੇਜ ਭੇਜਣ ਦੀ? ਸਿਨੇਮਾ content। So this is on a very light note, concept is very much required concept, ਪਰ ਉਹਨੂੰ ਜਿਸ ਤਰੀਕੇ ਨਾਲ portray ਕੀਤਾ with comedy, romance, drama, suspense, on a very light note, ਇਹ ਚੀਜ਼ ਅਸੀਂ ਆਪਦੇ youth ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ you have right to not proceed। ਦੁਨੀਆ ਕੋ ਜਿਹਦੇ ਕੋ ਜੋ ਹੈ ਤੁਹਾਨੂੰ ਆਫਰ ਕਰੇਗਾ, ਜਿਹਦੇ ਕੋ ਜਿੰਨਾ ਹੈ ਉਹਨਾਂ ਆਫਰ ਕਰੇਗਾ, ਤੁਹਾਡੀ ਚੋਇਸ ਹੈ ਤੁਸੀਂ ਕੀ ਲੈਣਾ, ਤੁਸੀਂ ਕੀ ਨਹੀਂ ਲੈਣਾ। ਦੈਟ ਇਜ਼ ਵਾਈ ਦਿਸ ਫਿਲਮ। ਤੁਹਾਡੀ ਐਂਟਰੀ ਕਿੱਦਾਂ ਹੁੰਦੀ ਹੈ ਇਸ ਫਿਲਮ 'ਚ? ਸੋ ਮੈਨੂੰ ਐਕਚੁਅਲੀ ਪੰਕਜ ਸਰ ਨੇ 2019 ਦੇ ਵਿੱਚ ਮੈਸੇਜ ਕਰਿਆ ਸੀ ਪਹਿਲੀ ਵਾਰ ਫਿਰ ਜਿੰਦੇ ਮੇਰੀਏ। ਸੋ ਵੀ ਵਰ ਆਲਵੇਜ਼ ਇਨ ਟੱਚ, ਅਸੀਂ ਹਮੇਸ਼ਾ ਕੁਝ ਨਾ ਕੁਝ ਡਿਸਕਸ ਕਰਦੇ ਸੀ। ਇਟ ਨੈਵਰ ਵਰਕਡ ਆਊਟ। ਫਿਰ ਹੁਣ ਆਈ ਵਾਜ਼ ਇਨ ਪੰਜਾਬ, ਉਦੋਂ ਮੈਂ ਜਿੰਦ ਮਾਹੀ ਦਾ ਸੈਕਿੰਡ ਸਕੈਟ ਕਰਨ ਆਈ ਸੀਗੀ, ਐਂਡ ਹੀ ਕਾਲਡ ਮੀ, ਹੀ ਸੈਡ ਵੀ ਮੈਂ ਥੋੜ੍ਹਾ ਜਿਹਾ ਇੱਕ 1 ਲਾਈਨਰ ਸੁਣਾ ਦਿੰਦਾ ਫੋਨ 'ਤੇ, ਇਫ ਯੂ ਆਰ ਇੰਟਰਸਟਿਡ ਤਾਂ ਆਪਾਂ ਮੀਟਿੰਗ ਕਰ ਲੈਂਦੇ ਹਾਂ। ਤਾਂ ਜਦੋਂ ਮੈਂ 1 ਲਾਈਨਰ ਸੁਣਿਆ, ਐਂਡ ਬਿਕਾਜ਼ I have studied politics and I have done social policy, my whole entire thesis was about rape culture in India। So ਜਦੋਂ ਮੈਂ ਉਹ ਚੀਜ਼ਾਂ ਕੀਤੀਆਂ ਨੇ, ਫਿਰ ਮੈਂ 1 ਲਾਈਨਰ ਸੁਣ ਕੇ ਮੈਂ ਭੱਜੀ ਗਈ, I was like ਨਹੀਂ ਮੈਂ ਸੁਣਨਾ ਹੈ। ਤੇ when I heard it, the story, the ending, the climax, everything is very very meaningful। ਅਸੀਂ ਲਾਈਟਰ ਨੋਟ 'ਤੇ ਜਿਵੇਂ ਤਾਨੀਆ ਕਿਹਾ ਜ਼ਰੂਰ ਕਿਹਾ ਹੈ, ਪਰ ਇਸ ਦੇ ਨਾਲ ਨਾਲ ਅਸੀਂ ਹਰ ਇੱਕ ਸੋਸ਼ਲ ਇਸ਼ੂ ਨੂੰ ਥੋੜ੍ਹਾ ਥੋੜ੍ਹਾ ਟੱਚ ਕੀਤਾ ਹੈ। ਸ਼ਾਇਦ ਉਹ ਸੋਸ਼ਲ ਇਸ਼ੂ ਚੱਕ ਕੇ ਕੋਈ ਹੋਰ ਫਿਲਮ ਮੇਕਰ ਫਿਲਮ ਬਣਾ ਦੇ ਹੁਣ, ਹੈ ਨਾ। ਸ਼ਾਇਦ ਉਹ ਕਨਵਰਸੇਸ਼ਨ 'ਚ ਆ ਜਾਵੇ ਕਿ ਤੁਸੀਂ ਇਹ ਨੋਟਿਸ ਕੀਤਾ ਸੀ ਉਸ ਫਿਲਮ ਦੇ ਵਿੱਚ ਆ ਵੀ ਗੱਲ ਹੋਈ ਸੀ ਥੋੜ੍ਹੀ ਜਿਹੀ। ਸੋ ਅਸੀਂ ਟਰਾਈ ਕੀਤੀ ਹੈ, ਪਰ ਓਬਵੀਅਸਲੀ ਕੋਸ਼ਿਸ਼ ਹੀ ਕਰ ਸਕਦੇ ਹਾਂ। ਇਹ ਤਾਂ ਆਡੀਅנס 'ਤੇ ਹੈ, ਸਾਨੂੰ ਪਤਾ ਵੀ ਨਹੀਂ ਆਡੀਅנס ਕੀ ਚਾਹੁੰਦੀ ਹੈ। ਸੋ ਯਾ
ਸੋ ਇੱਕ ਇਹਦੇ ਵਿੱਚ ਉਹ ਵੀ ਇਸ਼ੂ ਆ ਕਿ ਇਕੱਲੀਆਂ ਕੁੜੀਆਂ ਨੂੰ ਇਕੱਲਿਆਂ ਮੁੰਡਿਆਂ ਨੂੰ ਚੰਡੀਗੜ੍ਹ ਮੋਹਾਲੀ 'ਚ ਰੂਮ ਲੈਣਾ ਬਹੁਤ ਔਖਾ। ਜੀ ਐਂਡ ਇਟਸ ਨਾਟ ਚੰਡੀਗੜ੍ਹ, ਤੁਸੀਂ ਬੰਬੇ ਚਲ ਜਾਓ, ਤੁਸੀਂ ਇਹ UK ਪ੍ਰੋਬਲਮ ਚਲੇ ਉੱਥੇ ਜਾਓ। ਵੀ ਹੈ, ਇਵਨ ਇਨ ਕੈਨੇਡਾ ਐਜ਼ ਵੈਲ। ਸੋ ਇਹ ਚੀਜ਼ਾਂ ਹੈਗੀਆਂ ਨੇ ਐਂਡ ਆਈ ਥਿੰਕ ਉਹ ਵੀ ਕੁਝ ਐਕਸਪੀਰੀਅੰਸ ਉਹਨਾਂ ਦੇ ਖਰਾਬ ਰਹੇ ਹੋਣਗੇ ਜਿਹੜੇ ਉਹ ਵੀ ਨਹੀਂ ਦੇ ਰਹੇ। ਸੋ ਯੈਸ ਦੈਟਸ ਵਨ ਆਫ ਦ ਬਿਗੇਸਟ ਇਸ਼ੂ ਕਿ ਤੁਹਾਨੂੰ ਘਰ ਵੀ ਅਕੋਮੋਡੇਸ਼ਨ ਵੀ ਜਲਦੀ ਨਹੀਂ ਮਿਲ ਪਾਉਂਦੀ ਕਿਤੇ। ਇਹ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਜਾਂ ਜਿਹੜੇ ਇਹੋ ਜਿਹੇ ਕਰੈਕਟਰ ਹੁੰਦੇ ਨੇਗੇ ਤਾਂ ਇਹ ਸਿਰਫ ਫਿਲਮ ਤੱਕ ਹੀ ਸੀਮਤ ਹੁੰਦੇ ਨੇ ਕਿ ਮੇਰੀ ਫਿਲਮੋਗ੍ਰਾਫੀ ਦਾ ਇਹ ਪਾਰਟ ਹੋ ਗਿਆ ਫਿਲਮ, ਜਾਂ ਇੱਕ ਕਰੈਕਟਰ ਮੇਰੇ ਕਰੀਅਰ ਦਾ ਪਾਰਟ ਹੋ ਗਿਆ, ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਸਬਜੈਕਟ ਸਮਝ ਕੇ ਭੁੱਲ ਜਾਂਦੇ ਹੋ, ਜਾਂ ਫਿਰ ਉਹ ਫਿਲਮ ਦਾ ਜੋ ਕਰੈਕਟਰ ਜਾਂ ਥੀਮ ਆ ਉਹ ਪਰਸਨਲੀ ਵੀ ਤੁਹਾਨੂੰ ਅਫੈਕਟ ਕਰਦਾ, ਕੁਝ ਚੀਜ਼ਾਂ ਤੁਹਾਡੇ 'ਚ ਮਤਲਬ ਕਿ ਬਦਲਦਾ ਆ, ਜਾਂ ਤੁਸੀਂ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਕਿਤੇ ਨਾ ਕਿਤੇ ਨੋ ਕਹਿਣੀ, ਸਟਾਪ ਕਹਿਣੀ ਜਾਂ ਇੱਦਾਂ ਦੀਆਂ ਚੀਜ਼ਾਂ ਸਿੱਖਦੇ ਹੋ ਜਾਂ ਕਰਦੇ ਹੋ? ਆਫ ਕੋਰਸ ਜਦੋਂ ਇੱਕ ਕਰੈਕਟਰ ਅਸੀਂ 40 ਕੁ ਦਿਨ ਜੀਨੇ ਆ ਨਾ ਤੇ ਉਹ ਸਾਡੇ ਅੰਦਰ ਕੁਛ ਨਾ ਕੁਛ ਛੱਡ ਜਾਂਦਾ। ਅਗੇਨ ਕਿ ਅਸੀਂ ਉਸ ਕਰੈਕਟਰ ਤੋਂ ਲੈਣਾ ਕੀ ਹੈ ਪਰਮਾਨੈਂਟ ਲਾਈਫ ਲਈ, ਉਹ ਸਾਡੀ ਚੋਇਸ ਹੈ। ਮੈਂ ਜੋ ਵੀ ਕਰੈਕਟਰ ਕਰਦੀ ਹਾਂ ਮੈਂ ਉਹਦੇ ਤੋਂ ਕੁਛ ਨਾ ਕੁਛ ਵਧੀਆ ਆਪਣੇ ਅੰਦਰ ਐਡ ਔਨ ਕਰੀ ਜਾਂਦੀ ਹਾਂ, ਬਿਕਾਜ਼ ਐਟ ਦੀ ਐਂਡ ਦੈਟ ਮੇਕਸ ਯੂ ਅ ਗੁੱਡ ਹਿਊਮਨ ਬੀਇੰਗ। ਸੋ ਇਸ ਫਿਲਮ ਦੇ ਨਾਲ ਪਹਿਲੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸੂਗੀ। ਮੈਂ ਬਾਜਰੇ ਦਾ ਸਿੱਟਾ ਕੀਤੀ ਸੀ, ਉਹਦੇ 'ਚ ਨਾ ਲਾਸਟ ਤੇ ਉਹ ਘਰ ਲੈ ਕੇ ਆਉਂਦਾ ਉਹਨੂੰ ਛੱਡਣ ਲਈ ਉਹਦਾ ਹਸਬੈਂਡ, ਐਂਡ ਉਹਦੇ ਹਸਬੈਂਡ ਨੂੰ ਫਾਦਰ ਤੋਂ ਧੱਕਾ ਪੈਂਦਾ। I for the first time even after being an actor I realized ਇੱਕ ਕੁੜੀ ਲਈ ਕਿੰਨਾ ਔਖਾ ਹੈ ਕਿ ਇੱਕ ਪਾਸੇ ਉਹਦਾ ਪਿਓ ਹੈ ਤੇ ਇੱਕ ਪਾਸੇ ਉਹਦਾ ਘਰ ਲੈ, she'll rush there or she'll go to the father ਕਿਉਂਕਿ ਉਹ ਵੀ ਨਹੀਂ ਛੱਡਿਆ ਜਾ ਸਕਦਾ ਤੇ ਉਹ ਵੀ ਨਹੀਂ। ਸੋ ਇਟ ਇਜ਼ ਜਸਟ ਐਨ ਐਗਜ਼ਾਮਪਲ ਕਿ ਰੋਲ ਕਰਦੇ ਕਰਦੇ ਬਹੁਤ ਚੀਜ਼ਾਂ ਤੁਹਾਨੂੰ ਕਲੀਅਰ ਹੁੰਦੀਆਂ, ਮੈਨੂੰ ਤੇ ਐਟਲੀਸਟ ਬਹੁਤ ਹੁੰਦੀਆਂ। ਸੋ ਉਵੇਂ ਹੀ ਇਸ ਚੀਜ਼ 'ਚ ਸੀ ਕਿ ਰੋਲ ਕਰਦੇ ਕਰਦੇ ਮੈਨੂੰ ਲੱਗਾ ਕਿ ਇੰਨਾ ਔਖਾ ਵੀ ਕੀ ਹੈ ਵੈਸੇ, ਵਾਈ girls are not used to of saying ਕੀ ਹੋ ਜਾਏਗਾ ਮੈਕਸਿਮਮ, ਮੈਕਸ ਟੂ ਮੈਕਸ ਕੀ ਹੋ ਜਾਏਗਾ, ਡੈਥ ਇਜ਼ ਦੀ ਅਲਟੀਮੇਟ ਐਂਡ। ਕੋਰਟ ਕਚਹਿਰੀਆਂ ਥਾਣੇ ਧੱਕੇ ਇਹ ਉਹ, ਬਟ ਚੀਜ਼ਾਂ ਤੋਂ ਡਰ ਕੇ ਜੋ ਤੁਸੀਂ ਦੱਬ ਕੇ ਜ਼ਿੰਦਗੀ ਜੀਨੇ ਆ ਉਹ ਸਭ ਤੋਂ ਔਖੀ ਹੈ। ਸੋ ਇਸ ਫਿਲਮ ਤੋਂ ਮੈਂ ਇਹ ਸਿੱਖਿਆ ਕਿ ਇਟ ਇਜ਼ ਓਕੇ, ਡਜ਼ਨਟ ਮੈਟਰ ਵਾਟ। ਮੇਰਾ ਪਹਿਲੇ ਵੀ ਥਾਟ ਪ੍ਰੋਸੈਸ ਇਹੀ ਸੀ, ਬਟ ਹੁਣ ਮੈਂ ਮੋਰ ਔਨ ਅ ਸਟਰੈਂਥਨ ਬੇਸ ਉਸ ਚੀਜ਼ ਨੂੰ ਕੈਰੀ ਕਰ ਰਹੀ ਹਾਂ। ਐਂਡ ਇਨਫੈਕਟ ਮੈਂ ਸਭ ਨੂੰ ਕਹਿ ਰਹੀ ਹਾਂ ਕਿ ਚੋਇਸਿਸ ਆਰ ਵੈਰੀ ਇੰਪੋਰਟੈਂਟ ਟੂ ਮੇਕ, ਐਂਡ ਮੇਕ ਇਟ ਜੋ ਤੁਹਾਡਾ ਦਿਲ ਚਾਹੁੰਦਾ। ਉਹ ਚੀਜ਼ ਰਾਤੀ ਜੇ ਸੌਣ ਨਾ ਦਏ ਤੁਹਾਨੂੰ ਕਿਉਂਕਿ ਤੁਸੀਂ ਕਿਸੇ ਹੋਰ ਦੇ ਹਿਸਾਬ ਨਾਲ ਕੀਤੀ ਹੈ ਤੇ ਫਿਰ ਲਾਈਫ ਦਾ ਹੀ ਫਾਇਦਾ ਕੀ, ਫਿਰ ਤੇ ਆਪਣੀ ਲਾਈਫ ਜ਼ਰੂਰ ਰੱਖਣੀ, ਫਿਰ ਉਹਨੂੰ ਹੀ ਦੇ ਦਿਓ। ਦੈਟਸ ਹਾਊ ਵੀ ਆਰ ਬੋਰਨ ਇੰਡੀਵਿਜੂਅਲੀ, ਵੀ ਹੈਵ ਸੈਪਰੇਟ ਬ੍ਰੇਨਸ, ਸੈਪਰੇਟ ਆਈਜ਼, ਸੈਪਰੇਟ ਹੈਂਡਸ ਐਂਡ ਫੀਟ, ਹਰ ਇੱਕ ਦੋ ਆਪਣਾ ਸਰੀਰ ਹੈ ਕਿਉਂਕਿ ਤੁਸੀਂ ਆਪ ਦੇ ਲਈ ਐਟਲੀਸਟ ਆਪਣੇ ਡਿਸੀਜਨਸ। ਬਿਲਕੁਲ, ਕਿਉਂਕਿ ਰਾਜਦੀਪ ਤੁਹਾਡੀ ਨਵੀਂ ਜਰਨੀ ਆ ਫਿਲਮ ਇੰਡਸਟਰੀ ਦੇ ਵਿੱਚ, ਤੁਸੀਂ ਦੂਸਰੀ ਫਿਲਮ ਦੇ ਨਾਲ ਆ ਰਹੇ ਹੋ ਤਾਂ ਨਹੀਂ, ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ, ਪਰ ਕੀ ਆਪਣੀ ਕੰਡੀਸ਼ਨਸ ਤੇ ਆਪਣੀ ਚੋਇਸਿਸ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਨਾ ਸੌਖਾ ਹੁੰਦਾ? ਆਪਣੀ ਕੰਡੀਸ਼ਨਸ ਤੇ ਘਰ 'ਚ ਫਰਨੀਚਰ ਲਿਆਉਣਾ ਵੀ ਆਈ ਥਿੰਕ ਸੌਖਾ ਨਹੀਂ। ਉੱਥੇ ਵੀ ਚਾਰ ਜਣੇ ਕਹਿਣਗੇ ਨਹੀਂ ਨਹੀਂ ਤੇਰੀ ਇਹ ਚੋਇਸ ਨਹੀਂ ਹੈ, ਅਸੀਂ ਇਹ ਲੈਣਾ। ਸੋ ਇਟਸ ਅ ਮਿਊਚੁਅਲ ਡਿਸੀਜਨ। It comes when we are living in a society and we are sharing the planet with everybody. So ਤਰੀਕੇ ਹੁੰਦੇ ਹੈ ਕਿ ਥੋੜੀ ਮੇਰੀ ਮੰਨ ਲਓ, ਥੋੜੀ ਆਪਣੀ ਮਨਵਾ ਲਓ, ਲੈਟਸ ਲੌਕ ਇਟ ਡਾਊਨ ਔਨ ਦਿਸ ਫੀਲਡ ਐਂਡ ਅਸੀਂ ਆਏ ਪ੍ਰੋਸੀਡ ਕਰਦੇ ਹਾਂ। ਦੈਟਸ ਵਾਟ ਆਈ ਬਿਲੀਵ ਪਰਸਨਲੀ। ਹਰ ਕਿਸੇ ਦਾ ਆਪਣਾ ਟੇਕ ਹੁੰਦਾ ਹੋਏਗਾ, ਬਿਲਕੁਲ। ਬਟ ਮੇਰਾ ਇਹ ਸ਼ੁਰੂ ਤੋਂ ਚੋਇਸ ਸੀ ਦੈਟ ਆਈ ਵਿਲ ਪਲੇ ਫਿਲਮਸ ਜੋ ਜਦੋਂ ਮੇਰੇ ਲਿਸਟ 'ਚ ਬੋਲਣ ਦੇ ਸ਼ੁੱਡ ਲੀਵ ਐਨ ਇੰਪੈਕਟ। ਸੌਖਾ ਤਾਂ ਨਹੀਂ ਸੀ ਅਫ ਕੋਰਸ, ਜੇ ਇੰਨਾ ਸੌਖਾ ਹੁੰਦਾ ਤੇ ਮੈਂ ਕਰੈਕਟਰ ਤੋਂ ਲੈ ਕੇ ਸਪੋਰਟਿੰਗ ਤੋਂ ਫਿਰ ਸੈਕਿੰਡ ਲੀਡ ਤੋਂ ਫਿਰ ਲੀਡ ਕਿਉਂ ਕਰਦੀ। ਮੇਰੇ ਲਈ ਤਾਂ ਬਹੁਤ ਔਖਾ ਸੀ। ਐਂਡ ਇਨ ਫੈਕਟ ਆਈ ਹੈਵ ਸੀਨ ਡੇਜ਼ ਜਿੱਥੇ ਆਈ ਵਾਜ਼ ਸਿਟਿੰਗ ਔਨ ਐਨ ਇੰਟਰਵਿਊ ਐਂਡ ਫॉर ਹਾਫ ਐਨ ਆਵਰ ਨੋਬਡੀ ਯੂਜ਼ਡ ਟੂ ਇਵਨ ਟੇਕ ਮਾਈ ਨੇਮ। ਕੁਐਸਚਨ ਪੁੱਛਣਾ ਤਾਂ ਬਹੁਤ ਦੂਰ ਦੀ ਗੱਲ। ਸੋ ਸੌਖਾ ਤਾਂ ਨਹੀਂ ਸੀ, ਜ਼ਿਆਦਾ ਹੀ ਔਖਾ ਸੀ, ਬਟ ਇਟਸ ਹਾਊ ਵੀ ਟੇਕ ਇਟ। ਬਿਲਕੁਲ, ਆਈ ਹੈਵ ਨਾਟ ਟੇਕਨ ਦੈਟ ਔਨ ਮਾਈ ਮਾਈਂਡ, ਆਈ ਵਰਕਡ ਮੋਰ ਹਾਰਡ ਕਿ ਨਿਕਲਾਂਗੇ। ਸੋ ਆਈ ਵੁੱਡ ਸੇ ਐਵਰੀਬਡੀ ਸ਼ੁੱਡ not take anything on heart ਤੇ but ਮਿਹਨਤ ਕਰੋ and that's how, not for girls only, ਬੰਦਿਆਂ ਲਈ ਵੀ ਸੇਮ ਹੈ ਇਹ ਸਿਨੈਰੀਓ। ਬਿਲਕੁਲ ਬਿਲਕੁਲ। ਤੁਸੀਂ ਕਿੱਦਾਂ ਕੰਮ ਚੂਜ਼ ਕਰ ਰਹੇ ਹੋ ਇਸ ਮੌਕੇ, ਕਿਉਂਕਿ ਤੁਸੀਂ ਨਵੇਂ ਵੀ ਹੋ, ਇੱਕ ਇਹ ਵੀ ਪ੍ਰੈਸ਼ਰ ਹੁੰਦਾ ਮੈਂ ਨਵੀਂ ਹਾਂ, ਹਾਲੇ ਮੈਂ ਬਹੁਤਾ ਕੰਮ ਨਹੀਂ ਕੀਤਾ, ਜੇ ਮੈਨੂੰ ਕੋਈ ਕੰਮ ਆਫਰ ਕਰ ਰਿਹਾ ਤੇ ਉਹਨੂੰ ਨਾ ਕਹਿਣਾ ਵੀ, ਮਤਲਬ ਤੁਸੀਂ ਕਿਸ ਮਾਈਂਡ ਸੈਟ ਦੇ ਨਾਲ ਚੱਲ ਰਹੇ ਹੋ? ਸਰਗੁਣ ਨੇ ਮੈਨੂੰ ਇੱਕ ਗੱਲ ਕਹੀ ਸੀਗੀ, ਮੈਂ 2020 ਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ, and she said to me, no will make you, she said it in an interview as well, and she was like, ਜਦੋਂ ਤੂੰ ਨਾ ਕਹੇਂਗੀ ਨਾ ਉਹ ਤੇਰਾ ਕਰੀਅਰ ਬਿਲਡ ਕਰੂਗਾ। So I've said no a lot
which I don't like saying. ਮੈਨੂੰ ਬਹੁਤ ਗਿਲਟੀ ਫੀਲ ਹੁੰਦਾ ਹੈ ਜਦ ਮੈਂ ਨਾ ਕਹਿੰਦੀ ਹਾਂ ਕਿਉਂਕਿ ਤੁਸੀਂ ਇੱਕ ਓਪਰਚੁਨਿਟੀ ਨੂੰ ਡੋਰ ਸ਼ਟ ਕਰ ਰਹੇ ਹੋ. ਸੋ ਓਬਵੀਅਸਲੀ ਇਟਸ ਨਾਟ ਅ ਗ੍ਰੇਟ ਫੀਲਿੰਗ. ਮੈਂ ਐਟ ਦ ਮੂਮੈਂਟ ਕਿਵੇਂ ਚੂਜ਼ ਕਰ ਰਹੀ ਹਾਂ, ਇਟਸ ਮੀਟੀ ਰੋਲਸ. ਮੈਨੂੰ ਥੋੜਾ ਜ਼ਿਆਦਾ ਮੀਟੀ ਰੋਲ ਚਾਹੀਦਾ ਹੈ. ਓਬਵੀਅਸਲੀ ਇੱਕ ਪ੍ਰੈਸ਼ਰ ਹੈ ਕਿ ਲੀਡ 'ਤੇ ਕੰਮ ਕਰਨਾ ਹੀ ਹੈ, ਲਾਈਕ ਵਿਦਿਨ ਲਾਈਕ ਕਪਲ ਆਫ ਮੰਥਸ ਆਈ ਗੈਸ, ਬਿਕਾਜ਼ ਉਹ ਇੱਥੇ ਬਣ ਜਾਂਦਾ ਹੈ. ਜੇ ਤੁਸੀਂ ਸੈਕਿੰਡ ਕਰਨ ਲੱਗ ਜਾਂਦੇ ਹੋ ਤਾਂ ਸੈਕਿੰਡ ਦੇ ਵਿੱਚ ਹੀ ਉਹ ਤੁਹਾਨੂੰ ਪਾ ਦਿੰਦੇ ਨੇ. ਬਟ ਸੋ ਉਹ ਥੋੜ੍ਹਾ ਜਿਹਾ ਹੈ. ਬਟ ਆਈ ਥਿੰਕ ਲਾਈਕ ਤਾਨੀਆ ਸੈਡ, ਕੈਰੈਕਟਰ ਬਹੁਤ ਜ਼ਰੂਰੀ ਹੈ. ਸੈਕਿੰਡ ਵੀ ਹੋਵੇ ਬਟ ਕੈਰੈਕਟਰ ਮੀਟੀ ਹੋਵੇ, ਉਹਦੇ ਨਾਲ ਨੈਰੇਟਿਵ ਚੇਂਜ ਹੁੰਦਾ ਹੋਵੇ ਸਟੋਰੀ ਦਾ. ਜਿੱਦਾਂ ਹੁਣ ਵਾਮਿਕਾ ਦਾ ਕੈਰੈਕਟਰ ਜੋ ਕਲੀ ਜੋਟਾ ਦੇ ਵਿੱਚ ਸੀ, ਇਫ ਆਈ ਯੂਜ਼ ਦੈਟ ਐਜ਼ ਐਨ ਐਗਜ਼ਾਮਪਲ, what a beautiful role that was. ਜੇ ਵਾਮਿਕਾ ਨੂੰ ਫਿਲਮ ਦੇ ਵਿੱਚੋਂ ਕੱਢ ਦੋ, ਅੱਧੀ ਫਿਲਮ ਹੀ ਰੁਕ ਜਾਂਦੀ ਹੈ. ਸੋ ਦੈਟਸ what I want to do. ਮੈਨੂੰ ਮੇਰੀ ਪਹਿਲੀ ਫਿਲਮ ਕਰਦੇ ਵੀ ਬਹੁਤ ਇਸੇ ਕਰਕੇ ਬਹੁਤ ਟਾਈਮ ਲੱਗਾ, ਬਿਕਾਜ਼ I wanted a role ਜਿਹੜਾ ਥੋੜਾ ਨੈਰੇਟਿਵ ਨੂੰ ਚੇਂਜ ਕਰੇ. And obviously it was Sonam, so I really wanted to work with her. But and even second ਵਾਲੀ, like ਹੁਣ I'm very fortunate enough ਕਿ ਮੈਨੂੰ ਲੀਡ ਆਫਰਸ ਹੋ ਰਹੀਆਂ ਨੇ, ਬਟ ਇਟਸ ਜਸਟ ਅਬਾਊਟ ਦ ਰਾਈਟ ਵਨ ਕਿ ਤੁਸੀਂ ਕਿਹੜੀ ਕਰਦੇ ਹੋ. ਬਿਕਾਜ਼ ਉਹਦੇ ਨਾਲ ਤੁਹਾਡਾ ਲਾਈਕ ਫਿਲਮੋਗ੍ਰਾਫੀ ਦੇ ਵਿੱਚ ਤੁਹਾਡਾ ਇੱਕ ਵਾਰ ਪੈ ਗਿਆ ਤਾਂ ਉਹ ਰਹਿ ਗਿਆ ਨਾ, ਉਹ ਕਦੇ ਜਾਊਗਾ ਨਹੀਂ. ਸਰ ਬਿਲਕੁਲ. ਜਦੋਂ ਗਾਣੇ 'ਚ ਕੁੜੀਆਂ ਦੀ ਪ੍ਰੈਜੈਂਟੇਸ਼ਨ ਨੂੰ ਲੈ ਕੇ ਗੱਲ ਹੁੰਦੀ ਆ ਤਾਂ ਇੱਕ ਕੁਐਸਚਨ ਪਿੱਛੇ ਜੇ ਵੀ ਉੱਠੇ ਸੀਗੇ ਕਿ ਇਹ ਐਕਟਰੈਸ ਦੇ ਲਈ ਕਿਉਂ ਜ਼ਰੂਰੀ ਆ ਵੀ ਉਹਨੇ ਕ੍ਰੌਪ ਪਾਇਆ ਹੋਇਆ ਜਾਂ ਉਹਨੇ ਬਹੁਤ ਜ਼ਿਆਦਾ ਸ਼ਾਰਟ ਪਾਏ ਹੋਏ ਨੇ. ਈਵਨ ਕਹਿ ਰਹੇ ਸੀਗੇ ਕਿ ਬਾਹਰਲੀ ਜੰਪਲ ਕੁੜੀ ਆਪਾਂ ਦਿਖਾ ਰਹੇ ਹਾਂ, ਹੈ ਨਾ, ਪਰ ਮੈਂ ਕਹਿੰਦੀ ਸਾਡੀਆਂ 3 ਜਨਰੇਸ਼ਨਸ ਨੇਗੀਆਂ ਜਿਹੜੀਆਂ ਯੂਕੇ ਰਹਿ ਰਹੀਆਂ ਨੇ, ਅਤੇ 40 ਸਾਲ ਤੋਂ ਮੇਰੀ ਦਾਦਕਾ ਫੈਮਿਲੀ USA 'ਚ ਰਹਿ ਰਹੀ ਆ, ਹੈ ਨਾ. ਅਤੇ ਮੈਂ ਸੋਚਦੀ ਹੁੰਦੀ ਹਾਂ ਕਿ ਉੱਧਰਲੇ ਬੌਰਨ ਬਰੌਟ ਅਪ ਨੇ, ਉਹਨਾਂ ਦੀਆਂ 3 ਪੀੜ੍ਹੀਆਂ ਚੱਲ ਰਹੀਆਂ ਨੇਗੀਆਂ, ਅਤੇ ਵੀ ਮੈਂ ਉਹਨਾਂ ਨੂੰ ਕਦੇ ਰੈਗੂਲਰਲੀ ਇੱਦਾਂ ਦੇ ਕੱਪੜਿਆਂ 'ਚ ਨਹੀਂ ਦੇਖਿਆ ਹੈਗਾ. ਤੁਸੀਂ ਕਦੇ ਇਹ ਕੁਐਸਚਨ ਕੀਤਾ ਡਾਇਰੈਕਟਰ ਨੂੰ ਜਾਂ ਮੇਕਰ ਨੂੰ, ਰਾਈਟਰ ਨੂੰ, ਜੋ ਵੀ ਤੁਹਾਨੂੰ ਤੁਹਾਡਾ ਕਰੈਕਟਰ ਅਸਾਈਨ ਕਰਦੇ ਨੇਗੇ, ਕਿ ਇੱਥੇ ਦੀ ਰਿਕੁਆਇਰਮੈਂਟ ਹੈਗੀ ਆ ਕਿ ਮੈਨੂੰ ਬੋਡੀ ਐਕਸਪੋਜ਼ਰ ਇੰਨਾ ਦੇਣਾ ਪਊਗਾ, ਜਾਂ ਹਾਲੇ ਤੱਕ ਇਹੀ ਆ ਕਿ ਐਕਟਰੈਸ ਨੂੰ ਇੱਦਾਂ ਹੀ ਦਿਸਣਾ ਪੈਂਦਾ? ਨਹੀਂ, ਹੁਣ ਚੀਜ਼ਾਂ ਬਦਲ ਗਈਆਂ. ਉਹਦੀ ਸਭ ਤੋਂ ਪਹਿਲੀ ਐਗਜ਼ਾਮਪਲ ਹੈ ਕਿਸਮਤ 2 ਕੀਤੀ ਹੈ ਮੈਂ, ਵਿਦ ਹੈਅਰ ਕੱਟ, ਜਿੱਥੇ ਆਪਣੇ ਇੱਥੇ ਲੰਬੇ ਵਾਲ ਹੀ ਵਧੀਆ ਮੰਨੇ ਜਾਂਦੇ ਹੈ, ਵੀ ਕੁੜੀ ਹੋਵੇ ਤਾਂ ਲੰਬੇ ਵਾਲਾਂ ਵਾਲੀ, ਬॉय ਕੱਟ ਤਾਂ ਨੋਬਡੀ ਟੇਕ ਸੀਰੀਅਸਲੀ. ਐਂਡ ਦੈਨ ਕੱਪੜੇ ਵੀ ਉਹਦੇ ਕੂਲ ਜਿਹੇ ਕੱਪੜੇ ਸੀ. ਸੋ ਨਾਓ ਬਿਕਾਜ਼ ਆਫ ਗਲੋਬਲਾਈਜੇਸ਼ਨ ਪ੍ਰਾਇੋਰਟੀਜ਼ ਬਦਲ ਗਈਆਂ. ਪਹਿਲੇ ਕੀ ਹੁੰਦਾ ਸੀ, ਇੱਕ ਬੰਦਾ ਜੋ ਡਰੈਸ ਕਰਦਾ ਸੀ, ਬਾਕੀ ਦੀ ਆਵਾਮ ਸਾਰੀ ਉਹਨਾਂ ਨੂੰ ਕਾਪੀ ਕਰਦੀ ਸੀ. ਹੁਣ ਕੀ ਹੈ, ਹਰ ਬੰਦੇ ਨੂੰ ਆਪਣੀ ਇੱਕ ਵੈਲਿਊ ਪਤਾ ਕਿ ਮੈਂ ਜੋ ਵੀ ਪਾਵਾਂ ਮੈਂ ਆਪਣੇ ਲਈ ਪਾ ਰਿਹਾ. ਦੇਅਰ ਆਰ ਨਾਓ ਕਮਿਊਨਿਟੀਜ਼ ਵਿਚ ਆਰ ਫੋਲੋਇੰਗ ਦੈਮਸੈਲਵਸ. ਐਂਡ ਜੇ ਅਸੀਂ ਗੱਲ ਕਰੀਏ ਕਿ ਐਕਟਰ ਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ ਕਿ ਨਹੀਂ, ਜੋ ਡਾਇਰੈਕਟਰ ਨੇ ਸੋਚਿਆ ਜਾਂ ਜੋ ਰਾਈਟਰ ਨੇ ਇੱਕ ਕਰੈਕਟਰ ਕ੍ਰੀਏਟ ਕੀਤਾ, ਉਹਦੀ ਜੋ ਵੀ ਰਿਕੁਆਇਰਮੈਂਟ ਹੈ, ਆਈ ਥਿੰਕ ਉਹ ਪੂਰੀ ਕੀਤੀ ਜਾਣੀ ਚਾਹੀਦੀ, ਕਿਉਂਕਿ ਹਰ ਇੱਕ ਸਾਹ ਲੈਂਦਾ ਬੰਦਾ ਅੱਡ ਹੈ. ਇਨਫੈਕਟ ਨਾਟ ਓਨਲੀ ਇਨ ਪੰਜਾਬੀ ਸਿਨੇਮਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਡੇ ਲੋਕੀ ਬਾਹਰ ਰਹਿੰਦੇ ਨੇ, ਅਸੀਂ ਜੇ ਵੇਰੀਏਸ਼ਨ ਦੀ ਗੱਲ ਕਰੀਏ ਤਾਂ ਸਾਡੇ ਸੂਟਾਂ ਦੇ ਸਲਵਾਰਾਂ 'ਚ ਹੀ ਵੇਰੀਏਸ਼ਨ ਵੇਖ ਲਓ ਕਿੰਨੀ. ਬਿਲਕੁਲ. ਪਰ ਕਲਚਰ ਤਾਂ ਪੰਜਾਬੀ ਹੈ. ਸੋ ਹਰ ਬੰਦੇ ਦਾ ਇੱਕ ਡਿਫਰੈਂਟ ਟੱਚ ਹੈ. ਇਫ ਇਟ ਇਜ਼ ਰਿਕੁਆਇਰਡ, I personally never question, but I want to ask them कि let's not keep everything same. ਬਿਲਕੁਲ. ਕਿ ਹਰ ਬੰਦਾ ਡਿਫਰੈਂਟ ਹੈ, ਕਿਤੇ ਨਾ ਕਿਤੇ ਵਿੱਚ ਤੁਸੀਂ ਮੇਰੇ ਤੋਂ ਡਿਫਰੈਂਟ ਹੋ ਹੀ ਜਾਓਗੇ, ਚਾਹੇ ਅਸੀਂ ਟਵਿਨਸ ਵੀ ਇੱਕੋ ਕੁੱਖੋਂ ਜੰਮੇ ਹੋਈਏ. ਸੋ ਆਈ ਪ੍ਰੈਫਰ ਟੂ ਚੇਂਜ ਇਟ ਬਿਕਾਜ਼ ਐਵਰੀ ਕਰੈਕਟਰ ਇਜ਼ ਡਿਫਰੈਂਟ. ਐਂਡ ਉਹ ਵੀ ਹੁਣ ਧਿਆਨ ਦੇ ਰਹੇ ਨੇ. ਪਹਿਲੇ ਨਾਲੋਂ ਤੁਸੀਂ ਵੇਖੋ ਜੱਜਮੈਂਟ ਘਟੀ ਹੈ, ਇਫ ਯੂ ਕੈਨ ਫੀਲ ਇਟ. ਜੱਜਮੈਂਟ ਕੀ ਘਟੀ, ਆਈ ਥਿੰਕ ਸੀਰੀਅਸ ਲੈਣਾ ਲੋਕਾਂ ਨੇ ਘੱਟ ਕਰਤਾ. ਪਹਿਲੇ ਇੰਨਾ ਕੁ ਜਿਹਾ ਜੱਜਮੈਂਟ ਇੰਨਾ ਸੀਰੀਅਸ ਈਗੋ 'ਤੇ ਲਿੱਤਾ ਜਾਂਦਾ ਸੀ, ਹੁਣ ਕਹਿੰਦੇ ਕਰ ਲੈ, ਮੈਂ ਤਾਂ ਐਸੇ ਖੁਸ਼ ਹੂੰ ਨਾ. ਨਾਓ ਥਿੰਗਸ ਆਰ ਚੇਂਜਿੰਗ, ਦੈਟਸ ਵਾਈ ਦਿਸ ਫਿਲਮ. ਆਪਣੀ ਖੁਸ਼ੀ, ਆਪਣੀ ਜ਼ਿੰਦਗੀ ਆਪਣਾ ਆਪ ਟਰੈਕ 'ਤੇ ਪਾਓ, ਰੈਦਰ ਦੈਨ ਬਲੇਮਿੰਗ ਅਦਰਸ ਔਰ ਆਸਕਿੰਗ ਅਦਰਸ. ਤੁਹਾਨੂੰ ਠੀਕ ਲੱਗ ਰਿਹਾ, ਡੂ ਇਟ. ਉਹਨੂੰ ਠੀਕ ਲੱਗ ਰਿਹਾ, ਦੈਟਸ ਵਾਈ ਦ ਅਦਰ ਪਰਸਨ ਇਜ਼ ਡੂਇੰਗ ਇਟ. ਕਿਉਂਕਿ ਜੋ ਸਾਡੇ ਲਈ ਸਹੀ ਹੈ, ਮੇ ਬੀ ਉਹਦੇ ਲਈ ਸਹੀ ਨਹੀਂ ਹੋਏਗਾ, ਉਹਨੂੰ ਅਸੀਂ ਨਹੀਂ ਠੀਕ ਲੱਗ ਰਹੇ ਹੋਵਾਂਗੇ, ਬਟ ਵਾਈ ਟੂ ਮੈਸ ਐਟ ਐਵਰੀ ਪੁਆਇੰਟ. ਸੋ ਦ ਓਨਲੀ ਥਿੰਗ ਅਬਾਊਟ ਦਿਸ ਫਿਲਮ ਆਲਸੋ ਇਜ਼ ਦੈਟ ਫੋਕਸ ਔਨ ਯੋਰ ਪ੍ਰਾਇੋਰਟੀਜ਼, ਵਾਟ ਯੂ ਕੈਨ ਡੂ ਟੂ ਦ ਸਿਚੁਏਸ਼ਨ. ਤੁਸੀਂ ਕਦੇ ਇਸ ਚੀਜ਼ ਬਾਰੇ ਸੋਚਿਆ ਕਿ ਅੱਗੇ ਜਾ ਕੇ ਜਾਂ ਹੁਣ ਵੀ ਜਦੋਂ ਤੁਹਾਨੂੰ ਫਿਲਮ 'ਚ ਕਾਸਟਿਊਮ ਦਿੱਤੇ ਜਾਂਦੇ ਨੇ, ਤੁਸੀਂ ਉਹਨਾਂ ਨੂੰ ਪੁੱਛਦੇ ਹੋ ਕਿ ਇਹ ਜਸਟ ਮੈਨੂੰ ਗਲੈਮਰ ਦਿਖਾਉਣ ਦੇ ਲਈ ਆ ਜਾਂ ਇਹ ਕਰੈਕਟਰ ਦੀ ਰਿਕੁਆਇਰਮੈਂਟ ਆ? ਆਫ ਕੋਰਸ, ਆਈ ਮੀਨ ਮੈਂ ਬਹੁਤ ਨਵੀਂ ਹਾਂ, ਸੋ ਹਜੇ ਕੁਐਸਚਨ ਕਰਨਾ ਸ਼ਾਇਦ ਮੈਨੂੰ ਵੀ ਥੋੜ੍ਹਾ ਹੁੰਦਾ ਹੈ ਕਿ ਮੈਂ
ਕੁਐਸਚਨ ਨਾ ਹੀ ਕਰਨ ਬਿਕਾਜ਼ ਡਾਇਰੈਕਟਰਸ ਨੂੰ ਬਹੁਤ ਜ਼ਿਆਦਾ ਨੌਲੇਜ ਨੇ, ਬਹੁਤ ਸੀਨੀਅਰ ਨੇ ਸਾਡੇ ਡਾਇਰੈਕਟਰਸ, ਬਹੁਤ ਜ਼ਿਆਦਾ ਪੜ੍ਹਾਈ ਕਰਕੇ ਆਏ ਨੇ। ਸੋ ਲਾਈਕ ਉਹਨਾਂ ਨੂੰ ਕੁਐਸਚਨ ਕਰਨਾ ਇੱਕ ਵਿਜ਼ਨ ਹੁੰਦੀ ਹੈ ਇੱਕ ਡਾਇਰੈਕਟਰ ਦੀ। ਸੋ ਸ਼ਾਇਦ ਕਈ ਵਾਰ ਕੁਐਸਚਨ ਕਰਨਾ ਸਾਡਾ ਬਣਦਾ ਵੀ ਨਹੀਂ ਹੈਗਾ ਐਜ਼ ਐਕਟਰਸ ਬਿਕਾਜ਼ ਵੀ ਆਰ ਦੇਅਰ ਫॉर द ਜੌਬ। Of course, I would like to correct you. We have the 6th generation running in the UK right now. So ਮੈਂ ਆਪਣੀ ਫੈਮਿਲੀ ਦੀ ਗੱਲ ਕਰ ਰਹੀ ਸੀ। ਸਾਡੀ 6th generation ਹੈ, ਉਸ ਕਰਕੇ ਸਾਡਾ ਉੱਥੇ ਦਾ ਕਲਚਰ ਬਹੁਤ ਡਿਫਰੈਂਟ ਹੈ, ਬਹੁਤ ਜ਼ਿਆਦਾ ਡਿਫਰੈਂਟ ਹੈ। ਸੋ ਜਦੋਂ ਅਸੀਂ ਇੱਕ ਯੂਕੇ ਦੀ ਕੁੜੀ ਦਿਖਾਉਂਦੇ ਵੀ ਹਾਂ, ਆਈ ਥਿੰਕ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀ ਇੱਕ ਯੂਕੇ ਦੀ ਕੁੜੀ ਬਣਾਈ ਹੈ ਉਹ ਹਜੇ ਵੀ ਬਹੁਤ ਟੋਨ ਡਾਊਨ ਹੈ, ਬਹੁਤ ਜ਼ਿਆਦਾ ਟੋਨ ਡਾਊਨ ਹੈ, ਕਿਉਂਕਿ ਸਾਡੀਆਂ ਕੁੜੀਆਂ ਉੱਥੇ ਨੋ ਡਾਊਟ it's their right to wear whatever they want to wear, but ਬਹੁਤ ਜ਼ਿਆਦਾ ਕਈ ਵਾਰ exposed ਹੁੰਦੀਆਂ ਨੇ। some dresses are made out of mesh, ਇੱਕ mesh ਬਹੁਤ ਚੱਲਿਆ ਹੈ। so ਬਹੁਤ ਚੀਜ਼ਾਂ ਨੇ ਜੋ ਆਪਣੇ ਡਾਇਰੈਕਟਰਸ ਐਕਚੁਅਲੀ ਅਵੋਇਡ ਕਰਦੇ ਵੀ ਨੇ। ਸੋ ਆਈ ਥਿੰਕ ਆਪਾਂ ਕੁਐਸਚਨ ਕਰ ਸਕਦੇ ਹਾਂ, ਆਫ ਕੋਰਸ ਉਹ ਰਾਈਟ ਸਾਰਿਆਂ ਨੂੰ ਹੀ ਹੈ। ਜੇ ਤੁਸੀਂ ਕੰਫਰਟੇਬਲ ਨਹੀਂ ਹੋ ਐਜ਼ ਅ ਵੂਮਨ ਵੇਅਰਿੰਗ ਸਮਥਿੰਗ ਦੈਨ ਕੋਈ ਫੋਰਸ ਵੀ ਨਹੀਂ ਕਰਦਾ। ਆਈ ਡੋਂਟ ਥਿੰਕ ਕੋਈ ਵੀ ਫੋਰਸ ਕਰਦਾ। ਸਾਨੂੰ ਪੁੱਛਿਆ ਵੀ ਜਾਂਦਾ ਹੈ ਆਰ ਯੂ ਕੰਫਰਟੇਬਲ, ਤੁਹਾਨੂੰ ਠੀਕ ਲੱਗ ਰਿਹਾ ਹੈ। ਜਦੋਂ ਮੈਂ ਜਿੰਦ ਮਾਹੀ ਕਰ ਰਹੀ ਸੀ ਆਈ ਵਾਸ ਪਲੇਇੰਗ ਅ ਕੈਰੈਕਟਰ ਫਰਮ ਦ ਯੂਕੇ। ਇੱਕ ਮੈਨੂੰ ਯਾਦ ਹੈ ਦ ਸਟਾਈਲਿਸਟ ਵੋਰ ਅ ਡਰੈਸ ਦੈਟ ਵਾਸ ਅਬਵ ਮਾਈ ਨੀਜ਼। ਮੈਂ ਵੈਸੇ ਤਾਂ ਪਾ ਲੈਂਦੀ ਹਾਂ ਬਟ ਉੱਥੇ ਮੈਨੂੰ ਥੋੜ੍ਹਾ ਇੱਦਾਂ ਸੀਗਾ ਕਿ ਮੈਂ ਬੇ ਅਨਕੰਫਰਟੇਬਲ, ਲਾਈਕ ਮੈਨੂੰ ਪਤਾ ਨਹੀਂ ਮੈਂ ਕਰ ਸਕਦੀ ਹਾਂ ਜਾਂ ਨਹੀਂ। ਸੋ you know, the director got it changed. The producers didn't have anything to do with it. They didn't say anything. Writer didn't say anything. So ਇੱਕ ਹੈ ਸਾਡੇ ਕੋਲ ਇੱਕ I think। ਬਿਲਕੁਲ। ਤੁਸੀਂ ਆਪਣੀ ਇੱਕ ਰੀਸੈਂਟ ਇੰਟਰਵਿਊ ਦੇ ਵਿੱਚ ਕਿਹਾ ਕਿ ਆਪਾਂ ਇੱਥੇ ਪੰਜਾਬ ਦੇ ਵਿੱਚ ਵਿਮਨ ਇੰਪਾਵਰਮੈਂਟ ਅਤੇ ਫੈਮਿਨਿਜ਼ਮ ਨੂੰ ਮਿਕਸ ਕਰ ਲੈਂਦੇ ਹਾਂ, ਹੈ ਨਾ, ਅਤੇ ਉਹਦੇ ਵਿੱਚ ਬੜੀ ਇੱਕ ਫਾਈਨ ਲਾਈਨ ਹੁੰਦੀ ਹੈ ਜਿਹੜੀ ਅਸੀਂ ਭੁੱਲ ਜਾਂਦੇ ਹਾਂ। ਸੋ ਤੁਹਾਨੂੰ ਕਦੀ ਲਾਈਫ 'ਚ ਇੱਦਾਂ ਕਿਹਾ ਗਿਆ ਕਿ ਤੁਸੀਂ ਆਪਣੇ ਕਿਸੇ ਬੇਸਿਕ ਰਾਈਟ ਲਈ ਬੋਲ ਰਹੇ ਹੋ ਅਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਹੁਣ ਫੈਮਿਨਿਜ਼ਮ ਤੁਹਾਡੇ 'ਤੇ ਕਾਫੀ ਹਾਵੀ ਹੋ ਰਿਹਾ ਜਾਂ ਤੁਸੀਂ ਇੱਕ ਫੈਮਿਨਿਸਟ ਵਾਂਗੂ ਸਾਊਂਡ ਕਰ ਰਹੇ ਹੋ? ਜਦੋਂ ਵੀ ਕੋਈ ਬੰਦਾ ਕੋਈ ਕਹਾਣੀ ਜਾਂ ਕੋਈ ਆਰਟੀਕਲ ਜਾਂ ਲਿਖਦਾ ਹੈ ਅਤੇ ਉਹ ਆਪਣੇ ਐਕਸਪੀਰੀਅੰਸਿਸ ਦੇ ਹਿਸਾਬ ਨਾਲ ਲਿਖਦਾ, ਜਿੰਨੇ ਕੁ ਉਹਨੂੰ ਐਕਸਪੀਰੀਅੰਸ ਤੋਂ ਨੌਲੇਜ ਹੈ ਅਤੇ ਜਿਹਦੀ ਲਾਈਫ ਜਿਵੇਂ ਦੀ ਰਹੀ। ਸੋ ਜਦੋਂ ਅਸੀਂ ਕੁਛ ਲਿਖਦੇ ਹਾਂ ਨਾ ਜਾਂ ਕੁਛ ਬੋਲਦੇ ਹਾਂ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਹਾਊ ਦਿਸ ਪਰਸਨ ਹੈਵ ਬੀਨ। ਤਾਂ ਕੁੜੀਆਂ ਨਾਲ ਯੂਜੂਅਲੀ ਹੁੰਦਾ ਹੈ, ਹੁਣ ਅਸੀਂ ਆਪਣੇ ਬਾਰੇ ਹੀ ਕਰਾਂਗੇ, ਹੁਣ ਮੁੰਡਿਆਂ ਦੀ ਲਾਈਫ ਥੋੜ੍ਹੀ ਲਿਖ ਸਕਦੇ ਹਾਂ। ਸੋ ਦੇਅਰ ਵਾਜ਼ ਅ ਟਾਸਕ ਆਈ ਵਾਜ਼ ਡੂਇੰਗ ਮਾਈ ਥੀਏਟਰਸ ਅਤੇ ਉਹਦੇ 'ਚ ਇੱਕ ਐਕਟੀਵਿਟੀ ਸੀ ਵੀ ਕੁਛ ਲਿਖ ਕੇ ਦੱਸੋ। ਅਤੇ ਮੈਂ ਇੱਕ ਸਟੋਰੀ 'ਚ ਲਿਖ ਕੇ ਦੱਸੀ, ਕਹਿੰਦੇ ਜ਼ਿਆਦਾ ਫੈਮਿਨਾਈਨ ਨਹੀਂ ਹੋ ਗਈ ਸਟੋਰੀ। ਅਤੇ ਮੈਂ ਕਿਹਾ ਬੰਦਾ ਤਾਂ ਮੈਂ ਵੀ ਹੈ ਨਹੀਂ ਵੈਸੇ। ਸੋ ਆਈ ਰਾਈਟ ਔਨ ਦਾ ਬੇਸਿਸ ਜੋ ਮੇਰਾ ਐਕਸਪੀਰੀਅੰਸ ਹੈ ਨਾ। ਬਿਲਕੁਲ। ਸੋ ਆਈ ਥਿੰਕ ਇਹ ਟਰਮ ਇੰਨੀ ਡੋਮੀਨੇਟਿੰਗ ਹੋ ਗਈ ਹੈ ਕਿ ਤੁਸੀਂ ਮੂੰਹ ਗੱਲ ਕੱਢਦੇ ਨਹੀਂ ਅਤੇ ਉਹਨਾਂ ਨੂੰ ਲੱਗਦਾ ਕਿ ਸ਼ੀ ਇਜ਼ ਫੈਮਿਨਿਸਟ। It's not. ਮੈਨੂੰ ਲੱਗਦਾ I appreciate men more than any girl in the world because I always say there are good men and ਉਹੀ ਚੰਗੇ ਬੰਦੇ ਹੁੰਦੇ ਜਿਹੜੇ ਕੁੜੀ ਨੂੰ ਦੱਸਦੇ ਆ that you have right to say no, don't worry, say no, I am standing at your back. ਸੋ ਉਹ ਇੱਕ ਨਾ ਕਨਸੈਪਟ ਹੀ ਬਣ ਗਿਆ। ਜਿਵੇਂ ਸਾਨੂੰ ਗੱਲ ਮਿਲੀ ਹੋਈ ਹੈ ਵੀ ਯਾਰ ਮੁੰਡੇ ਆਏ ਦੇ ਮੁੰਡੇ ਉਹਦੇ, ਉਹ ਉਹਨਾਂ ਨੂੰ ਗੱਲ ਮਿਲੀ ਹੋਈ ਯਾਰ ਇਹਨੇ ਤਾਂ ਕੁੜੀਆਂ ਦਾ ਹੀ ਸਪੋਰਟ ਕਰਨਾ ਹੈ ਕਿਸੇ ਵੀ ਕੁੜੀ ਲਈ। ਸੋ ਆਈ ਥਿੰਕ ਨਾਓ ਇਟ ਇਜ਼ ਅ ਫਰੇਜ਼ ਟੂ ਸੇ ਕਿ ਤੁਸੀਂ ਫੈਮਿਨਿਸਟ ਹੋ। There's nothing wrong in being a feminist. There's nothing wrong. It's a very knowledgeable ਅਸੀਂ ਆਪਣੀਆਂ ਪਰਸਨਲ ਚੋਇਸਿਸ ਨੂੰ ਚਾਹੁੰਦੇ ਹਾਂ ਕਿ ਇਹ ਸਾਨੂੰ ਰਾਈਟ ਦਿੱਤਾ ਜਾਵੇ ਕਿ ਮੈਂ ਇੱਦਾਂ ਜਾ ਸਕਦੀ ਹਾਂ, ਇੱਦਾਂ ਕਰ ਸਕਦੀ ਹਾਂ, ਮਲਟੀਪਲ ਰਿਲੇਸ਼ਨ 'ਚ ਦਿੱਤੀ ਜਾ ਸਕਦੀ ਹੈ, ਵੀ ਇਹਨੂੰ ਲੀਗਲ ਕਰ ਦਿੱਤਾ ਜਾਵੇ। But it's just a fine line. Extreme feminism and feminism. There's always a right wing. ਹਮੇਸ਼ਾ ਇੱਕ right wing ਵਾਲੀ ਪਾਰਟੀ ਹੁੰਦੀ ਹੈ ਜਿਹੜੀ ਬਹੁਤ ਐਕਸਟ੍ਰੀਮ ਹੋ ਜਾਂਦੀ ਹੈ। So that's a bit of the right wing side of feminism, the extreme side of feminism. ਜਦੋਂ policies ਬਣਦੀ ਨੇ, so feminist lens is one of the main lens that it's looked at. Policies ਤਾਂ ਹੀ ਪਾਸ ਹੁੰਦੀਆਂ ਨੇ। ਇੱਕ feminist ਬੰਦਾ ਇੱਕ lobbyist ਹੁੰਦਾ ਹੀ ਹੈ ਉਹਦੇ ਵਿੱਚ, ਜਿਹੜਾ ਮੇਕ ਸ਼ੋਰ ਕਰਦਾ ਕਿ ਕੁੜੀਆਂ ਦੇ ਪੱਖ ਤੋਂ ਸਹੀ ਹੈ ਜਾਂ ਨਹੀਂ ਸਹੀ। So obviously there's a lot of things to look at. I think ਉਹ ਇੱਕ ਉਹੀ ਮੈਂ ਕਹਿੰਦੀ ਸੀ ਨਾ, ਫਾਈਨ ਲਾਈਨ ਹੈ ਇੱਕ ਐਕਸਟ੍ਰੀਮ ਫੈਮਿਨਿਜ਼ਮ ਦੇ ਵਿੱਚ ਤੇ ਵੂਮਨ ਇੰਪਾਵਰਮੈਂਟ ਦੇ ਵਿੱਚ। ਉਹ ਥੋੜ੍ਹੀ ਜਿਹੀ ਕੰਪਲੀਕੇਟਿਡ ਹੈ। ਉਹ ਥੋੜ੍ਹੀ ਕੁਝ ਮੀਨਿੰਗਸ ਆਪਾਂ ਥੋੜ੍ਹੇ ਕੀ ਕਹਿੰਦੇ ਨੇ, ਮੀਨਿੰਗਸ ਆਪਾਂ ਥੋੜ੍ਹੇ ਜਿਹੇ ਕਨਫਿਊਜ਼ ਕਰ ਬੈਠੇ ਹਾਂ। ਜਿੱਦਾਂ ਹੁਣ ਜੇ ਕੋਈ ਕੁੜੀ ਆਪਣੀ ਐਜੂਕੇਸ਼ਨ ਰਾਈਟ ਲਈ ਬੋਲ ਰਹੀ ਆ ਤਾਂ ਉਹ ਵੀ ਫੈਮਿਨਿਸਟ ਆ। ਉਹ ਤਾਂ ਬੇਸਿਕਲੀ ਰਾਈਟ ਆ ਸਾਡਾ, ਨਾ। ਪਰ ਮੈਨੂੰ ਇਹ ਲੱਗਦਾ ਵੀ ਹਰ ਕਿਸੇ ਦਾ ਜਿਹੜੇ ਐਕਸਟ੍ਰੀਮ ਫੈਮਿਨਿਸਟ ਨੇ ਨਾ, ਉਹਨਾਂ ਨਾਲ ਵੀ ਕੁਝ ਹੋਇਆ ਹੋਏਗਾ ਜਿਹੜੇ ਫੈਮਿਨਿਸਟ ਹੋ ਗਏ। ਦੈਟਸ ਵਾਟ ਆਈ ਵਾਸ ਟਾਕਿੰਗ ਅਬਾਊਟ, ਪਰਸਨਲ ਚੋਇਸਿਸ ਨੇ। ਬਿਲਕੁਲ। ਸੋ ਵਾਟ ਵੀ ਨੀਡ ਟੂ ਇੰਪਰੂਵ ਇਜ਼ ਕਿ ਕਿਸੇ ਨੂੰ ਬਿਨਾਂ ਵਜ੍ਹਾ ਜੱਜ ਨਹੀਂ ਕਰੀ ਜਾਓ। ਉਹਦੇ ਮੇ ਵੀ ਕਿੰਨੇ ਬੈਡ ਐਕਸਪੀਰੀਅੰਸਿਸ ਲਾਈਫ 'ਚ ਰਹੇ ਹੋਣਗੇ ਬੰਦੇ ਦੇ ਵੀ। ਇਟਸ ਨਾਟ ਫੈਮਿਨਿਜ਼ਮ। ਕੀ ਪਤਾ ਜੇ ਬੰਦਾ ਅੱਜ ਕਿਸੇ
ਔਰਤ ਨੂੰ ਨਿੰਦ ਰਿਹਾ ਉਹਦੇ ਪੂਰੇ ਐਕਸਪੀਰੀਐਂਸਿਸ ਰਹੇ ਹੋਣਗੇ ਨਾ। ਸੋ ਆਈ ਥਿੰਕ ਰੈਦਰ ਦੈਨ ਕਿ ਆਪਣੀ ਆਪਣੀ ਇੱਕ ਚੋਇਸ ਬਣਾ ਲਓ ਜਾਂ ਰਾਈਟਸ ਮੰਗੋ, ਲੈਟਸ ਹੀਲ ਈਚ ਅਦਰ, Yeah, that's really let's nice. leave, get that person, leave the trauma and help the world to be a beautiful place. This is the only solution, to be more patient, to be more kind and understand. ਸੁਣੋ, ਜੇ ਕੋਈ ਤੁਹਾਨੂੰ ਦੱਸ ਰਿਹਾ ਨਾ, for example if somebody is deep within broken and want to talk to you, ਉਹਨੂੰ ਸੁਣ ਲਓ, ਬਿਲਕੁਲ ਅੱਧਾ ਉਹਨੇ ਉੱਥੇ ਹੀ ਹੀਲ ਹੋ ਜਾਣਾ ਹੈ। ਬਿਲਕੁਲ ਰੈਦਰ ਦੈਨ ਧਰਨੇ ਲਾ ਕੇ ਅਸੀਂ ਬਹਿ ਜਾਈਏ ਵੀ ਦਿਸ ਇਜ਼ ਹੈਪਨਿੰਗ, ਤੇ ਜਿਹੜੀ ਜੈਨੂਇਨਲੀ ਇਫੈਕਟਡ ਹੈ ਜਾਂ ਜਿਹੜਾ ਜੈਨੂਇਨਲੀ ਇਫੈਕਟਡ ਹੈ ਉਹ ਕਮਰੇ 'ਚ ਆਪਣੇ ਆਪ ਨੂੰ ਬੰਦ ਕਰਕੇ ਬੈਠਾ ਹੋਏਗਾ। ਸੋ ਯੈਸ ਲਾਜ਼ ਆਰ ਇੰਪੋਰਟੈਂਟ, ਬਟ ਉਹ ਸਾਡੇ ਡਿਸਕਸ਼ਨਸ ਨਾਲ ਨਹੀਂ ਬਣਦੇ, ਉਹਦੇ ਲਈ ਬਹੁਤ ਸਿਟਿੰਗਸ ਬੈਠਦੀਆਂ ਹੈ, ਇੰਨੀ ਲੈਜਿਸਲੇਟਿਵ ਸਾਡੀ ਅਸੈਂਬਲੀ ਹੈ, ਇੰਨਾ ਕੁਛ ਹੈ ਸਾਡੇ ਕੋਲੇ। ਸੋ ਵੀ ਕੈਨ ਨਾਟ ਮੇਕ ਲਾਜ਼ ਔਰ ਜਸਟ ਸਿਟ ਡਾਊਨ ਐਂਡ ਮੇਕ ਡਿਸੀਜਨਸ। Things take time, good things especially take time. So I think what we can change is our individual thought process, our individual workspace we can improve, and that's how we can make together a world better place. ਬਿਲਕੁਲ। ਪੰਜਾਬੀ ਫਿਲਮ ਇੰਡਸਟਰੀ ਲਈ ਵੀ ਕਿਹਾ ਜਾਂਦਾ ਕਿ ਮੇਲ ਡੋਮੀਨੇਟਡ ਇੰਡਸਟਰੀ ਆ, ਇਹਦੇ ਤੇ ਕੁਝ ਕਹਿਣਾ ਚਾਹੋਗੇ? ਵੇਖੋ ਇਟਸ ਨਾਟ ਸਿਰਫ ਪੰਜਾਬੀ ਸਿਨੇਮਾ, ਸਾਰੀਆਂ ਨਹੀਂ, ਬਟ ਯੈਸ ਆਫ ਕੋਰਸ ਜਿਵੇਂ ਜਿਵੇਂ ਚੀਜ਼ਾਂ ਚੇਂਜ ਹੋ ਰਹੀਆਂ ਇਹ ਵੀ ਚੇਂਜ ਹੋਏਗਾ। ਡੋਮੀਨੇਟਿੰਗ ਐਜ਼ ਸੱਚ ਅਸੀਂ ਨਹੀਂ ਵਰਡ ਯੂਜ਼ ਕਰ ਸਕਦੇ, ਬਿਕਾਜ਼ ਹੁਣ ਉਸ ਲੈਵਲ ਤੋਂ ਤੇ ਘੱਟ ਹੈ। ਡੋਮੀਨੇਟਿੰਗ ਇਜ਼ ਅ ਬਿਗ ਵਰਡ ਨਾਓ, ਉਸ ਤੋਂ ਤੇ ਘੱਟ ਹੈ, ਬਟ ਯੈਸ ਹਜੇ ਲੀਡ ਹੋ ਰਿਹਾ ਹੈ ਮੇਲ ਤੋਂ। ਸਟਿਲ ਇਟ ਇਜ਼ ਲੀਡਿੰਗ ਬਾਈ ਮੇਲ, not only by female, but you can see there's a very fine balance now. ਤੁਸੀਂ ਗੁੱਡੀਆਂ ਪਟੋਲੇ, ਸੁਫਨਾ, ਇਹ ਸੁਰਖੀ ਬਿੰਦੀ, ਬਿਲਕੁਲ ਤੁਸੀਂ ਬਹੁਤ ਸੋਹਣੇ ਬਾਜਰੇ ਦਾ ਸਿੱਟਾ, ਯੂ ਕੈਨ ਹੈਵ, ਯੂ ਕੈਨ ਈਵਨ ਕਲੀ ਜੋਟਾ, ਬਿਲਕੁਲ ਬੈਸਟ ਐਗਜ਼ਾਮਪਲ। ਤੁਸੀਂ ਇਹ ਫਿਲਮਾਂ ਵੇਖ ਸਕਦੇ ਹੋ। ਸੋ ਬੈਲੈਂਸ ਹੈਜ਼ ਬੀਨ ਦੇयर, ਸੋ ਦੇ ਆਰ ਨੋ ਮੋਰ ਡੋਮੀਨੇਟਿੰਗ, ਬਟ ਯੈਸ ਵੀ ਨੀਡ ਅ ਲਿਟਲ ਐਕਸਟਰਾ ਪੁਸ਼। ਐਂਡ ਵੈਸੇ ਵੇਖਿਆ ਜਾਏ ਤਾਂ ਪੁਸ਼ ਆ ਵੀ ਕਿੱਥੋਂ ਰਿਹਾ, ਮੈਨ ਆਰ ਇਨਵੈਸਟਿੰਗ ਨਾ, so we cannot blame any gender or bina wajah on the riots. Just work hard. Let them know that this is the benefit. We are carrying adda 50% feminism also ਅਸੀਂ ਲੈ ਕੇ ਚੱਲ ਰਹੇ ਹਾਂ। ਸੋ ਮੇਰਾ ਥੋੜਾ ਅਲੱਗ ਥਾਟ ਪ੍ਰੋਸੈਸ ਹੈ। ਆਈ ਥਿੰਕ ਐਵਰੀਬਡੀ ਇਜ਼ ਐਜੂਕੇਟਡ ਇਨਫ, ਹਰ ਕਿਸੇ ਦਾ ਆਪਣਾ ਆਪਣਾ ਹੋਏਗਾ, ਬਟ ਮੈਂ ਫਾਈਟਿੰਗ ਵਾਲੀ ਸਾਈਡ 'ਚ ਨਹੀਂ ਗਈ, ਜਾਂ ਮੈਂ ਲੜ ਕੇ ਰਾਈਟਸ ਲੈਣ ਵਾਲੇ ਉਹਦੇ 'ਚੋਂ ਨਹੀਂ ਗਈ। ਮੈਂ ਇੰਪਰੂਵ ਕਰਕੇ ਟੇਢੀ ਉਂਗਲ ਨਾਲ ਕਿਉਂ ਕੱਢਣ ਵਾਲਿਆਂ 'ਚੋਂ। ਪਰ ਕਦੇ ਤੁਸੀਂ ਇਹ ਸੋਚਿਆ ਕਿ ਐਕਟਰੈਸ ਤੇ ਐਕਟਰ ਦੀ ਜਿਹੜੀ ਫੀਸ ਹੁੰਦੀ ਆ ਉਹਦੇ ਵਿੱਚ ਇੰਨਾ ਡਿਫਰੈਂਸ ਕਿਉਂ ਹੁੰਦਾ, ਕਿ ਉਹ ਵੀ ਇਕੁਅਲ ਹੋਣੀਆਂ ਚਾਹੀਦੀਆਂ ਨੇ? ਮੈਂ ਸੋਚਿਆ ਸੀ, ਐਂਡ ਇਨਫੈਕਟ ਮੈਂ ਡਿਸਕਸ ਵੀ ਕੀਤੀਆਂ ਸੀ ਇਹ ਚੀਜ਼ਾਂ ਦੋ ਤਿੰਨ ਜਣਿਆਂ ਨਾਲ। ਕਾਫੀ ਜ਼ਿਆਦਾ ਗੈਪ ਹੈ। ਹਾਲੀਵੁੱਡ 'ਚ ਤਾਂ ਚੇਂਜ ਹੋ ਗਿਆ ਹੈ। ਰੌਕ ਕਹਿੰਦਾ ਹੈ ਆਪ ਕਿ ਜੋ ਮੈਂ ਲੈ ਰਿਹਾ ਉਹ ਮੇਰੀ ਫੀਮੇਲ ਲੀਡ ਐਕਟਰੈਸ ਲਏਗੀ। ਸੋ ਮੈਨ ਹੈਜ਼ ਟੇਕਨ ਸਟੈਪ। ਸ਼ਾਹਰੁਖ ਖਾਨ ਉਹ ਆਪਣੇ ਨਾਮ ਤੋਂ ਪਹਿਲੇ ਆਪਣੀ ਫੀਮੇਲ ਆਰਟਿਸਟ ਦਾ ਨਾਮ ਲਿਖਵਾਉਂਦਾ ਸਿੰਸ ਆਲਵੇਜ਼, ਕਿ ਮੇਰਾ ਨਾਮ ਜੋ ਹੈ ਮੇਰੀ ਫੀਮੇਲ ਆਰਟਿਸਟ ਕੋ ਪਹਿਲੇ। ਦੇਰ ਆਰ ਪੀਪਲ ਜਿਨ੍ਹਾਂ ਨੂੰ ਉਹਦੇ ਤੋਂ ਵੀ ਪ੍ਰੋਬਲਮ ਹੈ। ਪੇਮੈਂਟ ਤਾਂ ਇਟਸ ਅ ਸਾਈਡ ਅਪਾਰਟ ਥਿੰਗ, ਜਿਨ੍ਹਾਂ ਨੂੰ ਸਕਰੀਨ ਸਪੇਸ ਤੋਂ ਐਂਡ ਕ੍ਰੈਡਿਟਸ ਤੋਂ ਵੀ ਪ੍ਰੋਬਲਮ ਹੈ। ਇਟ ਸ਼ੁੱਡ ਨਾਟ ਹੈਪਨ। I think that's a personal, again everything is personal nowadays। ਅੱਜ ਕੱਲ੍ਹ ਕੁਛ ਹੋ ਤਾਂ ਰਹਿ ਹੀ ਨਹੀਂ ਗਿਆ ਕਿ ਗਰੁੱਪ 'ਚ ਚੱਲ ਰਿਹਾ ਸਾਰਾ ਕੁਛ, ਬਟ ਜਿੱਥੇ ਇਹ ਪ੍ਰੋਬਲਮ ਹਜੇ ਤੱਕ ਚੱਲ ਰਹੀ ਹੈ, ਤੁਹਾਨੂੰ ਲੱਗਦਾ ਉੱਥੇ ਫਾਈਨੈਂਸਿਸ ਬੈਲੈਂਸ ਹੋ ਸਕਦੇ? ਫਾਈਨੈਂਸਿਸ ਤਾਂ ਬਹੁਤ ਵੱਡੀ ਦੂਰ ਦੀ ਗੱਲ ਹੈ ਕਿ ਇੱਕ ਲੈਵਲ ਦਾ ਪੇ ਕਰਨਾ। ਹਜੇ ਪ੍ਰੋਬਲਮਸ ਬਹੁਤ ਅਲੱਗ ਲੈਵਲ 'ਤੇ ਨੇ। ਪਹਿਲੇ ਉਹ ਸੌਰਟ ਹੋਣਗੀਆਂ, ਫਿਰ ਇਹ ਫਾਈਨੈਂਸਿਸ ਸੌਰਟ ਹੋਣਗੇ। ਸੌਰਟ ਹੋਣਾ ਸ਼ੁਰੂ ਹੋ ਗਿਆ ਹੋਇਆ ਕੰਮ, ਬਟ ਪ੍ਰੋਪਰਲੀ ਕਮਿੰਗ ਟਾਈਮ 'ਚ ਹੋ ਜਾਏਗਾ। ਹਾਂ, ਪਰ ਜਦੋਂ ਅਸੀਂ ਇਹੋ ਜਿਹੀਆਂ ਫਿਲਮਾਂ ਲੈ ਕੇ ਆ ਰਹੇ ਹਾਂ ਤਾਂ ਫਿਰ ਮੈਨੂੰ ਲੱਗਦਾ ਕਿ ਸਾਡੇ ਮੇਕਰਸ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਪਰਸਨਲੀ ਅਸੀਂ ਕੀ ਕਰ ਰਹੇ ਹਾਂ। It's changing. मैं हमेशा कहनी है पंजाबी फिल्म इंडस्ट्री growing इंडस्ट्री है. It's in the growing period of its like grooming session. So एक बहुत growth आई है. तुसी देखो हुन मैंडी तखर, नीरू बाजवा मैम production च आ गई ने. They're producing films and how fantastic has Kali Jota gone. किन्ना भरमा हुंगारा मिलिया है. वो तो पता नहीं किन्नियां ਪਹਿਲੀ ਗੱਲ ਤਾਂ ਫੀਮੇਲ ਰਾਈਟਰ ਬਿਊਟੀਫੁਲ ਹੈ ਨਾ। ਸ਼ਾਇਦ ਇੱਕ ਹੋਰ ਹੁਣ ਕੁੜੀ ਆਵੇਗੀ ਸਾਡੀ, ਹੋਰ ਰਾਈਟਰ ਆਊਗੀ। ਬਿਲਕੁਲ, ਯੂ ਨੋ ਕਲੀ ਜੋਟਾ ਦੇ ਵਿੱਚ ਪ੍ਰੋਡਿਊਸਰ ਫੀਮੇਲ ਹੈ, ਰਾਈਟ। ਸੋ ਹੁਣ ਸ਼ਾਇਦ ਇੱਕ ਹੋਰ ਫੀਮੇਲ ਕਹੂਗੀ ਕਿ ਮੈਂ ਇਨਵੈਸਟ ਕਰਨਾ ਚਾਹੁੰਦੀ ਹਾਂ। ਸੋ these things take time। ਪਹਿਲਾਂ ਸਾਡੀਆਂ ਕੁੜੀਆਂ ਨੂੰ ਸਿਰਫ ਇੱਕ ਆਈ ਕੈਂਡੀ ਬਣਾ ਕੇ ਦਿਖਾਇਆ ਜਾਂਦਾ ਸੀ ਫਿਲਮਾਂ ਦੇ ਵਿੱਚ, ਫਿਰ ਹੌਲੀ ਹੌਲੀ ਉਹਨਾਂ ਦਾ ਸਕਰੀਨ ਸਪੇਸ ਵਧਣ ਲੱਗ ਪਿਆ, ਹੌਲੀ ਹੌਲੀ ਉਹਨਾਂ ਨੂੰ ਵੀ ਫੀਮੇਲ ਲੀਡ 'ਤੇ ਆ ਗਈਆਂ। ਸੋ ਇਟਸ ਗਰੋਇੰਗ, ਇਟਸ ਅ ਬਿਊਟੀਫੁਲ ਪ੍ਰੋਸੈਸ
ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬੀ ਇੰਡਸਟਰੀ ਗਰੋ ਕਰ ਰਹੀ, ਐਟ ਲੀਸਟ ਇਟਸ ਗਰੋਇੰਗ, ਐਂਡ ਆਈ ਥਿੰਕ ਵੀ ਨੀਡ ਟੂ ਗਿਵ ਇਟ ਅ ਬਿਟ ਆਫ ਅ ਚਾਂਸ। ਹਮੇਸ਼ਾ ਮੈਨੂੰ ਲੱਗਦਾ ਫਿਲਮ ਇੰਡਸਟਰੀ ਇੰਨਾ ਐਕਸਪੋਜ਼ਡ ਹੈ ਐਂਡ ਇੰਨਾ ਸਾਡਾ ਸਾਰਾ ਕੁਝ ਬਾਹਰ ਹੀ ਹੈ that people make a lot of judgments very quickly, but it's in a growing stage। ਥੋੜਾ ਜਿਹਾ space ਦਵੋ, let it grow। ਇਸ ਸਾਲ ਦੇ ਵਿੱਚ ਹੀ ਬਹੁਤ ਆਪਾਂ growth ਦੇਖ ਲਈ ਹੈ। God, I hope 2023 is a beautiful year for the films। ਇੱਕ ਵਾਰੀ ਅਸੀਂ ਬੈਠੇ ਤੁਹਾਡੀ ਫਿਲਮਾਂ ਦੀ ਗੱਲ ਕਰ ਰਹੀ ਸੀਗੀ, ਮੈਂ ਕਿਹਾ ਕਿ ਮੈਨੂੰ ਹੁਣ ਤੱਕ ਦੀ ਤਾਨੀਆ ਦੀ ਸੁਫਨਾ ਪਰਫਾਰਮੈਂਸ ਬੈਸਟ ਲੱਗਦੀ ਹੈ, ਤਾਂ ਮੇਰੇ ਸਾਹਮਣੇ ਵਾਲੇ ਕਹਿੰਦੇ ਕਿ ਉਹਨਾਂ ਦਾ ਬੈਸਟ ਆਉਣਾ ਹਲੇ ਬਾਕੀ ਆ। ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਹਾਂ, ਮੈਨੂੰ ਵੀ ਲੱਗਦਾ ਹੈ ਜੀ। ਹਾਂ ਹਾਂ, ਮੈਨੂੰ ਲੱਗਦਾ ਹੈ, ਆਈ ਫੀਲ ਲਾਈਕ ਮੈਂ ਕਰੂੰਗੀ, ਜਲਦੀ ਕਰੂੰਗੀ, ਪਰ ਮੈਨੂੰ ਲੱਗਦਾ ਹੈ ਬਿਕਾਜ਼ all three segments, your mental state, your physical state and your intellectual state should be aligned for a performance to be a performance ਜਿਹੜੀ ਜ਼ਿੰਦਗੀ 'ਚ ਤੁਹਾਨੂੰ ਨਾ ਭੁੱਲੇ। ਤੇ ਜਿਹੜੇ ਵੀ ਐਕਟਰਸ ਨੇ, ਚਾਹੇ ਉਹ ਜੋਕਰ ਵਿੱਚ ਤੁਸੀਂ ਵੇਖ ਲਓ, ਜੇ ਕਿਸੇ ਨੇ ਕੁਝ ਹੋਰ ਦਿੱਤਾ ਜਿਹੜਾ ਕਦੀ ਜ਼ਿੰਦਗੀ 'ਚ ਕਿਸੇ ਨੂੰ ਨਹੀਂ ਭੁੱਲਿਆ, ਉਦੋਂ ਉਹ ਬੰਦਾ ਤਿੰਨੋਂ ਸਟੇਟਸ 'ਚ ਇੰਟੈਲੈਕਚੁਅਲੀ, ਫਿਜ਼ੀਕਲੀ ਐਂਡ ਇਮੋਸ਼ਨਲੀ ਅਲਾਈਨਡ ਸੀ। ਮੈਂ ਸੁਪਨੇ ਵੇਲੇ ਸੀ ਐਂਡ ਹੁਣ ਆਈ ਐਮ ਬੈਕ ਔਨ ਦੈਟ ਟਰੈਕ। ਸੋ ਹੁਣ ਜੋ ਮੈਂ ਪ੍ਰੋਜੈਕਟ ਕਰ ਰਹੀ ਹਾਂ, ਬਿਕਾਜ਼ ਸੀ ਆਈ ਹੈਵ ਸੀਨ ਸੋ ਮੈਨੀ ਥਿੰਗਸ, ਸੋ ਮੇਰੇ ਲਈ ਬਹੁਤ ਫਲਿਪ ਸੀ। ਸਡਨਲੀ ਆਈ ਐਮ ਸੀਇੰਗ ਦਿਸ, ਸਡਨਲੀ ਆਈ ਐਮ ਅਗੇਨ ਕਮਿੰਗ ਟੂ ਸੈਕਿੰਡ ਲੀਡ, ਸਡਨਲੀ ਆਈ ਐਮ ਅਗੇਨ ਸੀਇੰਗ ਦਿਸ। ਸੋ ਉਹ ਹੁਣ ਸਭ ਵੇਖ ਲਿਆ ਨਾ, ਹੁਣ ਆਈ ਐਮ ਬੈਕ ਟੂ ਮਾਈ ਸੈਲਫ ਓਨਲੀ। ਹੁਣ ਮੈਂ ਤੇ ਮੇਰਾ ਕਰਾਫਟ ਹੈ, ਹੁਣ ਜੋ ਮੈਂ ਆਪਣੇ ਕਰਾਫਟ ਨਾਲ ਕਰਾਂਗੀ ਬਸ, ਹੁਣ ਉਹੀ ਹੈ ਰਿਸ਼ਤਾ, ਹੁਣ ਮੈਨੂੰ ਵਿੱਚ ਕੁਝ ਨਹੀਂ ਵੇਖਦਾ। ਸੋ ਯੈਸ, ਦੈਟਸ ਟਰੂ, ਬੈਸਟ ਇਜ਼ ਯੈਟ ਟੂ ਕਮ ਐਂਡ ਮੈਂ ਜਾਣ ਤਾਂ ਲਾਉਂਗੀ, ਬਹੁਤ ਲਾਉਂਗੀ। ਬਿਲਕੁਲ। ਮੇਰੀ ਇੱਕ ਫਰੈਂਡ ਨਾਲ ਮੈਂ ਇਸੇ ਟ੍ਰੇਲਰ ਦੇ ਬਾਰੇ ਗੱਲ ਕਰ ਰਹੀ ਸੀ, ਉਹ ਕਹਿੰਦੇ ਮੈਨੂੰ ਲੱਗਦਾ ਨਾ ਇਹ ਪਿੰਕ ਦੀ ਬਹੁਤ ਹੀ ਫਾਈਨ ਕਾਪੀ ਆ। ਤੁਹਾਨੂੰ ਲੱਗਦਾ? No, it's not actually। ਬਹੁਤ ਜ਼ਿਆਦਾ ਇੱਕ I think concept, the topic is very similar। ਅਸੀਂ ਨਹੀਂ ਕਹਿ ਰਹੇ, ਮੈਂ ਹਰ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ ਕਿ ਅਸੀਂ ਬਹੁਤ ਹੀ ਯੂਨੀਕ ਕੁਝ ਆਊਟ ਆਫ ਦ ਬਾਕਸ ਬਣਾ ਦਿੱਤਾ ਹੈ ਜੋ ਕਦੇ ਵੀ ਵਰਲਡ ਆਫ ਸਿਨੇਮਾ ਹੈਜ਼ਨਟ ਸੀਨ। You must have seen a story very similar in a different industry, in a different language, but this one is a first for the Punjabi cinema। So ਕਈ ਵਾਰ ਆਪਾਂ ਦੇਖਦੇ ਹਾਂ ਕਿ ਧੂਮ was a very similar copy of Fast and Furious, right? When Dhoom came, everybody was like, oh, this is very similar, right? But it was, look what it did। ਬਿਲਕੁਲ ਬਿਲਕੁਲ, है ना? So it was just very similar ਚੀਜ਼ਾਂ ਬਣਦੀਆਂ ਨੇ। obviously world of cinema ਕੋਈ ਨਾ ਕੋਈ ਕ੍ਰੀਏਟਰ ਕਿਤੇ ਹੋਰ ਬੈਠਾ ਹੋਣਾ ਜੋ ਕਿ ਇੱਕ ਬੰਦੇ ਦੇ ਨਾਲ ਦਾ ਸੋਚਦਾ ਹੋਊਗਾ। but Pink was a very different concept। ਜਦੋਂ ਤੁਸੀਂ ਦੇਖੋਗੇ ਇਹਦਾ ਜਿਹੜਾ whole portion ਹੈ ਕਿ ਕਿਵੇਂ ਕੀ ਸਿਚੁਏਸ਼ਨ ਬਣਦੀ ਹੈ, ਉਹ ਬਹੁਤ ਵੱਖਰੀ ਹੈ। ਆਈ ਥਿੰਕ ਇਫ ਤਾਨੀਆ ਅਗਰੀਜ਼, ਉਹ ਬਹੁਤ ਵੱਖਰੀ ਹੈ। ਐਂਡ ਜਿਹੜਾ ਕੋਰਟ ਰੂਮ ਡਰਾਮਾ ਜਿਹੜਾ ਹੈ ਸਾਡਾ, ਉਹ ਵੀ ਬਹੁਤ ਵੱਖਰਾ ਹੈ ਟੂ what they had। obviously ਜਦੋਂ ਤੁਸੀਂ ਥੋੜ੍ਹੀਆਂ ਬਹੁਤ ਬੋਲਡ ਲਾਈਨ ਸੁਣਦੇ ਆ, that was a very bold film as well। so there are some stuff, but it's a very different concept, very different film। topic same ਹੈ, topic ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ topic ਦਾ ਇੱਕ ਬਹੁਤ ਫਾਈਨ ਲਾਈਨ ਹੈ ਕਿ ਬਹੁਤ ਸਿਮਿਲਰ ਹੋ ਸਕਦਾ ਹੈ। ਉਹਨਾਂ ਨੇ ਵੀ ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ ਸੀ, ਉਹਦੇ ਵਿੱਚ ਵੀ ਜਿੱਦਾਂ ਕਾਫੀ ਕੈਰੈਕਟਰ ਸੀ, ਬਟ ਇਹਦੇ ਵਿੱਚ ਹਰ ਇੱਕ ਕੈਰੈਕਟਰ ਨੇ, ਮਿੱਤਰਾਂ ਦੇ ਨਾਂ ਚੱਲਦਾ ਦੇ ਵਿੱਚ ਹਰ ਇੱਕ ਕੈਰੈਕਟਰ ਨੇ ਆਪਣਾ ਬੈਸਟ ਦਿੱਤਾ ਹੈ। ਐਂਡ ਇਟਸ ਗॉट ਜਸਟ ਸੋ ਮਚ ਇਨ ਇਟ, ਡਰਾਮਾ, ਥ੍ਰਿਲਰ, ਰੋਮਾਂਸ। ਗਿੱਪੀ ਜੀ ਤੇ ਤਾਨੀਆ ਪਹਿਲੀ ਵਾਰ ਆ ਰਹੇ ਨੇ, ਅਸੀਂ ਸਾਰੇ ਪਹਿਲੀ ਵਾਰ ਕੰਮ ਕਰ ਰਹੇ ਹਾਂ ਇਕੱਠੇ। ਸੋ ਬਹੁਤ ਸਾਰਾ ਕੁਝ ਐਲੀਮੈਂਟਸ ਨੇ ਅਸੀਂ ਐਡ ਕਰਨ ਦੀ ਕੋਸ਼ਿਸ਼ ਕੀਤੀ। ਸੋ ਆਈ ਥਿੰਕ ਡੋਂਟ ਕਨਫਿਊਜ਼ ਦੈਟ, ਉਹਦੇ ਤੋਂ ਪੁੱਟ ਆਫ ਨਾ ਹੋ ਜਾਓ, ਬਿਕਾਜ਼ ਦੈਟ ਵਾਜ਼ ਅ ਬਿਟ ਆਫ ਅ ਡਾਰਕਰ ਫਿਲਮ। ਬਹੁਤ ਡਾਰਕਰ ਫਿਲਮ ਸੀਗੀ, ਇਹਦੇ ਵਿੱਚ ਬਹੁਤ ਕੁਝ ਐਡ ਹੈ, ਵੈਰੀ ਲਾਈਟ, ਇਟਸ ਬਹੁਤ ਵੈਰੀ flavors ਨੇ। ਲਾਈਟ। ਆਪਣੇ ਆਡੀਅנס ਦਾ ਧਿਆਨ ਰੱਖਦੇ ਹੋਏ ਐਂਟਰਟੇਨਮੈਂਟ ਬਣਾਇਆ ਗਿਆ। ਐਂਡ ਦੈਨ ਕਮਿੰਗ ਅ ਮੋਰਲ ਨੋਟ, ਜੋ ਪਹਿਲੀਆਂ ਸਾਰੀਆਂ ਫਿਲਮਾਂ 'ਚ ਆਉਂਦਾ ਸੀ। ਬਿਲਕੁਲ। ਅਬੀ ਹਮ ਸਾਥ ਸਾਥ ਹੈ, ਕੋਈ ਵੀ ਤੁਸੀਂ ਫਿਲਮ ਲਗਾ ਲਓ, ਪਹਿਲੇ ਇੱਕ ਮੋਰਲ ਨੋਟ ਹਰ ਫਿਲਮ 'ਚ ਆਉਂਦਾ ਹੀ ਆਉਂਦਾ ਸੀ, ਹੁਣ ਨਹੀਂ ਆਉਂਦਾ। So it's a very light entertainment, and then comes on the top just a moral note, which is very helpful, I believe। ਇੱਕ ਕੁਐਸਚਨ ਮੈਂ ਸੋਚਿਆ ਸੀ, ਮੈਂ ਕਿਹਾ ਹੈ ਤੇ ਰਾਈਟਰ ਨੂੰ ਪੁੱਛਣ ਵਾਲਾ, ਪਰ ਇਹ ਵੀ ਜਾਂ ਤਾਂ ਇੱਕ ਦੌਰ ਆ, ਜਾਂ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੇ ਬਹੁਤ ਜ਼ਿਆਦਾ ਹਿੱਟ ਹੋ ਗਏ ਗਾਣੇ ਨੇ ਤਾਂ ਉਹਨਾਂ ਦੀ ਹੁੱਕ ਲਾਈਨ 'ਤੇ ਅਸੀਂ ਫਿਲਮਾਂ ਦੇ ਟਾਈਟਲ ਰੱਖ ਰਹੇ ਹਾਂ। ਜਿਵੇਂ ਇਹ ਗਾਣਾ ਵੀ ਹੈ, ਇਹ ਫਿਲਮ ਦਾ ਨਾਂ ਵੀ ਹੈ, ਤਾਂ ਇਹ ਗਾਣਾ ਹਰਜੀਤ ਹਰਮਨ ਦਾ ਬਹੁਤ ਹਿੱਟ ਹੋ ਚੁੱਕਿਆ। ਸੋ ਤੁਸੀਂ ਕਦੇ ਇਹਦੇ 'ਤੇ ਡਿਸਕਸ਼ਨ ਕੀਤੀ ਹੈ? ਸੋ ਮੈਂ ਤਾਂ ਬਸ ਇਹ ਕਹੂੰਗੀ ਵੀ ਇੰਨਾ ਸੀਰੀਅਸ ਮੈਂ ਨਹੀਂ ਰੱਖਦੀ ਆਪਣਾ ਮਾਹੌਲ, ਬਟ ਦਿਸ ਇਜ਼ ਆਊਟ ਆਫ ਸਿਲੇਬਸ ਗਾਈਜ਼, ਆਊਟ ਆਫ ਸਿਲੇਬਸ ਟੋਪਿਕ, ਬਿਕਾਜ਼ ਦਿਸ ਕਾਲ ਵਾਜ਼ ਲਿਟਰਲੀ ਟੇਕਨ ਬਾਈ ਆਰ ਡਾਇਰੈਕਟਰ।
and other people associated with beat producers and other thing. So ਉਹਦੇ 'ਚ ਕੁਛ ਨਹੀਂ ਸੀ. It was the more concern that we hold as an actors, all of us were, ਕਿ ਸਾਡੀ script ਕੀ ਹੈ and how can we perform the best out of the script, ਕਿ ਜੋ ਕਹਿਣਾ ਚਾਹ ਰਿਹਾ ਹੈ ਕਵੀ ਕਹਿਣਾ ਚਾਹ ਰਿਹਾ ਉਹਨੂੰ ਅਸੀਂ ਪੋਰਟਰੇ ਕਰ ਦਈਏ ਬਸ. There's dramatic irony in that It is title. there. ਜਦੋਂ ਤੁਸੀਂ ਜਦੋਂ ਤੁਹਾਡੀ ਫਿਲਮ ਕੰਪਲੀਟ ਹੋਊਗੀ ਨਾ, ਜਦੋਂ ਤੁਸੀਂ ਤੁਹਾਨੂੰ ਮਿੱਤਰਾਂ ਦਾ ਸਮਝ ਨਾਂ ਆਏਗਾ। ਚੱਲਦਾ ਫਿਨਿਸ਼ ਕਰੋਗੇ, then you'll understand why it was very dramatically ironic ਕਿ ਉਹ ਨਾਮ ਰੱਖਿਆ ਗਿਆ ਹੈ. I'm given a slight hint about the story, but so there's a lot in that title. I think ਮਿੱਤਰਾਂ ਦਾ ਨਾਂ ਚੱਲਦਾ, ਉਹ ਨਾਂ ਚੱਲਦਾ ਮਿੱਤਰਾਂ ਦਾ, ਸਾਰਾ ਕੁਝ ਨਾ ਕੁਝ ਦੱਸ ਰਿਹਾ ਹੈ, ਬਸ ਤੁਸੀਂ ਗੈਸ ਕਰਨਾ ਹੈ ਹੁਣ. ਪਰ 8 ਮਾਰਚ ਨੂੰ ਜਦੋਂ ਤੁਸੀਂ ਫਿਲਮ ਦੇਖ ਕੇ ਆਓਗੇ ਤਾਂ ਤੁਹਾਨੂੰ ਪਤਾ ਚੱਲੂਗਾ ਕਿ ਅਸੀਂ ਟਾਈਟਲ ਕਿਉਂ ਇਹ ਚੂਜ਼ ਕੀਤਾ ਹੈ. So but it is anyways other than ਇਹਦਾ ਰੀਜ਼ਨ ਇਹ ਨਹੀਂ ਹੈ ਕਿ ਗਾਣੇ ਬਹੁਤ ਸੁਪਰ ਹਿੱਟ ਹੋਏ ਨੇ ਤਾਂ ਰੱਖਿਆ ਹੈ. other than once you watch the film around, this is relevant to the ਹਾਂ, film. ਕਿਉਂਕਿ ਸਿਰਫ ਇਹੀ ਫਿਲਮ ਨਹੀਂ, ਹੋਰ ਬਹੁਤ ਸਾਰੀਆਂ ਫਿਲਮਾਂ ਦੇ ਜਿਹੜੇ ਟਾਈਟਲ ਨੇ ਉਹ ਗਾਣਿਆਂ ਤੋਂ ਇਨਸਪਾਇਰਡ, ਜਾਂ ਤੁਸੀਂ ਕਹ ਲਓ ਕਿ ਗਾਣਿਆਂ ਦੀ ਜਿਹੜੀ ਬਹੁਤ ਜ਼ਿਆਦਾ ਸੁਪਰ ਹਿੱਟ ਗਾਣੇ ਰਹੇ ਹੋਏ ਨੇ ਉਹਨਾਂ ਦੀ ਹੁੱਕ ਲਾਈਨਸ ਹੈਗੀਆਂ ਨੇ, yeah. ਰੱਖੇ ਹੋਏ ਨੇਗੇ. ਸੋ ਮੈਨੂੰ ਲੱਗੇ ਸ਼ਾਇਦ But this Sometimes relevantly ਢੁਕਦਾ ਹੀ ਬਹੁਤ goes, ਹੁੰਦਾ ਹੈ. Okay. Yeah. ਤੇ ਉਹਦੀ ਰੈਲੇਵੈਂਸੀ ਵੀ ਬਹੁਤ ਹੈ. ਹੂੰ ਪਲੱਸ ਯੈਸ ਆਫ ਕੋਰਸ ਉਹ ਤਾਂ ਐਡਵਾਂਟੇਜ ਹੈ ਹੀ ਹੈ ਕਿ ਇੰਨਾ ਫੇਮਸ ਗਾਣਾ Catchy ਸਾਨੂੰ ਆਪ ਹੋ ਇੰਨਾ ਜਾਂਦਾ ਪਿਆਰਾ ਹੈ। ਲੱਗਦਾ ਹੈ ਵੈਨ ਵੀ ਟੇਕ ਦ ਨੇਮ, ਤੇ ਉਹ ਪੂਰੀ ਵਾਈਬ ਆਉਂਦੀ ਹੈ ਜਿੱਥੋਂ ਮਰਜ਼ੀ ਵੰਗਾ ਚੜਾ ਲਈ. ਸੋ ਇਟਸ ਕਿਊਟ. ਬਿਲਕੁਲ. ਸੋ ਬਹੁਤ ਮੁਬਾਰਕਾਂ Thank ਤੁਹਾਨੂੰ you. ਦੋਵਾਂ ਨੂੰ ਇਸ ਫਿਲਮ ਦੇ ਲਈ. ਸਾਲ 2023 ਤੁਹਾਡੇ ਦੋਵਾਂ ਲਈ ਚੰਗਾ ਹੋਵੇ. ਬਹੁਤ ਸ਼ੁਕਰੀਆ ਇੰਨਾ ਟਾਈਮ ਦੇਣ ਲਈ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ. Thank you. ਇਹ ਸਨ ਸਾਡੇ ਨਾਲ ਤਾਨੀਆ ਐਂਡ ਰਾਜਦੀਪ ਸ਼ੁਕਰ. 8 ਮਾਰਚ ਨੂੰ ਇਹਨਾਂ ਦੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਰਿਲੀਜ਼ ਹੋਣ ਵਾਲੀ ਹੈ. ਜ਼ਰੂਰ ਜਾਇਓ ਵੇਖਣ. ਨਿਰਮਲ ਰਿਸ਼ੀ ਜੀ ਹੁਣੀ ਵੀ ਨੇ ਇਸ ਫਿਲਮ ਦੇ ਵਿੱਚ, ਹੋਰ ਬਹੁਤ ਸਾਰੇ ਚੰਗੇ ਕਲਾਕਾਰ, ਅਨੀਤਾ ਦੇਵਗਨ ਵਰਗੇ ਤੁਹਾਨੂੰ ਇਸ ਫਿਲਮ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਣਗੇ. ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ. ਸਤਿ ਸ਼੍ਰੀ ਅਕਾਲ.